ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਵਿੱਚ ਮਜ਼ਬੂਤ ਸਰਕਾਰ ਹੈ ਤੇ ਰਾਜ ਭਾਗ ਮਜ਼ਬੂਤੀ ਨਾਲ ਹੀ ਚਲਾ ਰਹੀ ਹੈ। ਵਿਰੋਧੀ ਪਾਰਟੀਆਂ ਖਿੰਡੀਆਂ ਜੀਆਂ ਹਨ, ਉਹਨਾਂ ਦੀ ਕੋਈ ਬਹੁਤੀ ਆਵਾਜ਼ ਵੀ ਜਨਤਕ ਪਿੜ ਵਿੱਚ ਸੁਣਾਈ ਨਹੀਂ ਦੇ ਰਹੀ। ਕਿਸੇ ਵੀ ਮਸਲੇ ਤੇ ਸੱਤਾਧਾਰੀ ਪਾਰਟੀ ਦਾ ਬਿਆਨੀਆ ਜ਼ੋਰ ਸ਼ੋਰ ਨਾਲ ਸੁਣਾਈ ਦਿੰਦਾ। ਮੀਡੀਆ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੁਝ ਕਹਿੰਦੇ ਨੇ, ਅਮਿਤ ਸ਼ਾਹ ਜੀ ਜਾਂ ਹੋਰ ਤਾਕਤਵਰ ਨੇਤਾਵਾਂ ਦੇ ਬਿਆਨ ਤੇ ਉਹਨਾਂ ਦੇ ਬਿਆਨੀਏ ਪ੍ਰਮੁੱਖਤਾ ਨਾਲ ਦਿਸਦੇ ਨੇ। ਰਾਤ ਦੀਆਂ ਟੀਵੀ ਬਹਿਸਾਂ ਵਿੱਚ ਉਹਨਾਂ ਦਾ ਪਲੜਾ ਭਾਰੂ ਹੀ ਜਾਪਦਾ। ਮੈਨੂੰ ਤਾਂ ਇਹ ਕਾਰਨ ਇਹ ਵੀ ਹੋ ਸਕਦਾ ਹੈ ਕਿ ਐਂਕਰ ਦੀ ਆਵਾਜ਼ ਵਿੱਚ ਵੀ, ਜੇ ਬਹੁਤੇ ਐਂਕਰਾਂ ਦੀ ਆਵਾਜ਼ ਵਿੱਚ ਜੇ ਤੁਸੀਂ ਧਿਆਨ ਨਾਲ ਸੁਣੋ ਤਾਂ ਥੋੜ੍ਹਾ ਭਗਵੀ ਆਵਾਜ਼ ਵੀ ਆਉਂਦੀ ਰਹਿੰਦੀ ਹੈ। ਕਸ਼ਮੀਰ ਹੋਵੇ, ਭਾਵੇਂ ਆਰਥਿਕ ਮੰਦੀ ਦੇ ਖਦਸ਼ਿਆਂ ਦੀਆਂ ਖਬਰਾਂ ਹੋਣ, ਇੱਕ ਪਾਸੇ ਦਾ ਇੱਕ ਸਾਈਡ ਦਾ ਨੈਰੇਟਿਵ ਉੱਚੀ ਸੁਣਾਈ ਦਿੰਦਾ, ਦੂਜੀ ਧਿਰ ਦੀ ਆਵਾਜ਼ ਘੱਟ ਸੁਣਾਈ ਦਿੰਦੀ ਹੈ। ਤੇ ਜੇ 80% ਸੁਰਖੀਆਂ ਜਾਂ ਟੀਵੀ ਦਾ ਟਾਈਮ ਇੱਕ ਹੀ ਧਿਰ ਨੂੰ ਮਿਲਣ ਲੱਗ ਜਾਵੇ, ਗਲੀ ਵਿੱਚ ਭੀੜ ਵੀ ਉਹਦੀ ਹੋਵੇ, ਜਨਤਕ ਗੱਲਬਾਤ ਵਿੱਚ, ਲੋਕ ਸੱਥ ਵਿੱਚ ਉਹਦੇ ਬਿਆਨੀਏ ਦਾ ਗਲਬਾ ਹੋਵੇ, ਤਾਂ ਵਿਰੋਧੀ ਦਾ ਬਿਆਨੀਆ ਵੀ ਉਸੇ ਪ੍ਰਿਜ਼ਮ ਵਿੱਚੋਂ ਦਿਖਾਈ ਦਿੰਦਾ ਹੈ। ਮੰਨ ਲਓ ਸੈਡੀਸ਼ਨ ਦਾ ਕੇਸ ਹੈ, ਦੇਸ਼ ਦੇ ਵਿਰੁੱਧ ਸਾਜ਼ਿਸ਼ ਦਾ ਕੇਸ ਹੋਵੇ 124(b) ਦਾ, ਤੇ ਆਪੋਜੀਸ਼ਨ ਜੇ ਇਹ ਕਵੇ ਕਿ ਵਕਤ ਆ ਗਿਆ ਇਸ ਚੀਜ਼ ਨੂੰ ਦੇਖਣ ਦਾ ਕਿ 124 ਵੀ ਹੋਣੀ ਚਾਹੀਦੀ ਹੈ ਜਾਂ ਨਹੀਂ, ਸੈਡੀਸ਼ਨ ਐਕਟ ਰਹਿਣਾ ਚਾਹੀਦਾ ਹੈ ਜਾਂ ਨਹੀਂ, ਤਾਂ ਜੇ ਤਾਂ ਬਿਆਨੀਆ ਹੋਵੇ ਜਨਤਕ ਪਿੜ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਜਿਹੜਾ ਪ੍ਰੋਗਰੈਸ ਹੋ ਰਹੀ ਹੈ ਜੂਰਿਸਪ੍ਰੂਡੈਂਸ ਦੇ ਵਿੱਚ, ਸਾਡੀ ਲਾ ਮੇਕਿੰਗ ਦੇ ਵਿੱਚ, ਤਾਂ ਇਹ ਹੋਰ ਤਰੀਕੇ ਨਾਲ ਦੇਖਿਆ ਜਾਏਗਾ। ਤੇ ਜੇ ਸਾਰਾ ਦਿਨ ਤੁਸੀਂ ਸੱਤਾਧਾਰੀ ਪਾਰਟੀ ਦਾ ਹੀ ਬਿਆਨੀਆ ਸੁਣਦੇ ਰਹੋਗੇ ਤਾਂ ਫਿਰ ਇਹ ਲੱਗੇਗਾ ਕਿ ਅੱਛਾ ਇਹ ਕਨ੍ਹਈਆ ਕੁਮਾਰ ਨੂੰ ਬਚਾਉਣ ਲਈ ਅਜਿਹੀਆਂ ਗੱਲਾਂ ਕਰ ਰਹੇ ਨੇ। ਇਹ ਜਿਹੜੀਆਂ ਵਿਰੋਧੀ ਧਿਰ ਵਿਚਲੀਆਂ ਪਾਰਟੀਆਂ ਨੇ, ਇਹ ਜਾਂ ਤਾਂ ਆਪਣੀ ਗੱਲ ਉਨੀ ਖੁੱਲ੍ਹ ਕੇ ਕਹਿ ਹੀ ਨਹੀਂ ਰਹੀਆਂ, ਜਾਂ ਉਹਨਾਂ ਦਾ ਕੋਈ ਵਿਵੇਕ ਹੀ ਅਜੇ ਨਹੀਂ ਬਣਿਆ, ਕੋਈ ਸੋਚ ਹੀ ਨਹੀਂ ਬਣੀ ਕਿ ਸੱਤਾਧਾਰੀ ਪਾਰਟੀ ਦੇ ਉੱਚੀ ਆਵਾਜ਼ ਵਾਲੇ ਬਿਆਨੀਏ ਨੂੰ ਕਾਊਂਟਰ ਕਿਵੇਂ ਕਰਨਾ। ਇੱਛਾ ਸਾਡੀ ਇਹ ਹੁੰਦੀ ਹੈ ਕਿਸੇ ਵੀ ਲੋਕਤੰਤਰ ਦੇ ਵਿੱਚ ਕਿ ਸਰਕਾਰ ਦੇ ਵਿੱਚ ਡਾਈਸੈਂਟ ਹੋਵੇ, ਮਿਨਿਸਟਰੀ ਦੇ ਵਿੱਚ ਵੀ ਡਾਈਸੈਂਟ ਹੋਵੇ। ਇੱਕ ਮੰਤਰੀ ਦਾ ਵਿਊ ਕੁਝ ਹੋਰ ਹੋ ਸਕਦਾ ਹੈ, ਦੂਸਰੇ ਦਾ ਵਿਊ ਹੋਰ ਹੋ ਸਕਦਾ ਹੈ, ਪ੍ਰਧਾਨ ਮੰਤਰੀ ਦਾ ਵਿਊ ਕੁਝ ਹੋਰ ਹੋ ਸਕਦਾ ਹੈ। ਇਹਨਾਂ ਡਿਫਰੈਂਸਿਸ ਦੇ ਵਿੱਚੋਂ ਹੀ ਇੱਕ ਬਿਹਤਰ ਵਿਊ ਇਮਰਜ ਕਰਦਾ। ਪਰ ਜਿੱਥੇ ਸਰਕਾਰ ਦੇ ਅੰਦਰ ਦਾ ਕੀ ਵਿਰੋਧੀ ਪਾਰਟੀ ਵੀ ਆਪਣਾ ਕਾਊਂਟਰ ਵਿਊ ਨਹੀਂ ਰੱਖ ਪਾ ਰਹੀ ਹੋਵੇ, ਆਪੋਜੀਸ਼ਨ ਦਾ ਵੀ ਵਿਊ ਨਾ ਆ ਰਿਹਾ ਹੋਵੇ, ਉੱਥੇ ਸਾਰੇ ਦੇਸ਼ ਦਾ ਨੈਰੇਟਿਵ ਇੱਕ ਸਾਰਤਾ ਵਾਲਾ ਹੋ ਜਾਂਦਾ। ਅਸੀਂ ਸਭ ਇੱਕੋ ਜ਼ੁਬਾਨ ਬੋਲਣ ਲੱਗ ਜਾਂਦੇ ਹਾਂ। ਜੇ ਸਭ ਦੀ ਭਾਸ਼ਾ, ਜ਼ੁਬਾਨ, ਬਿਆਨੀਆਂ, ਵਿਚਾਰ, ਇਹਨਾਂ ਦਾ ਪ੍ਰਗਟਾਵਾ ਇੱਕੋ ਜਿਹਾ ਹੋ ਜਾਵੇ ਤਾਂ ਫਿਰ ਇਹ ਸਾਡੇ ਨਾਲ ਕੀ ਕਰੇਗਾ? ਸਾਡੀ ਰਾਜਨੀਤੀ ਕਿਹੋ ਜਿਹੀ ਹੋਵੇਗੀ, ਸਮਾਜ ਕਿਹੋ ਜਿਹਾ ਹੋਵੇਗਾ, ਅਸੀਂ ਕਿਹੋ ਜਿਹੇ ਵਿਅਕਤੀ ਬਣਾਂਗੇ? ਇਸ ਸਭ 'ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਨੇ ਬਹੁਤ ਹੀ ਪ੍ਰਮੁੱਖ ਅਰਥ ਸ਼ਾਸਤਰੀ ਪੰਜਾਬ ਦੇ ਡਾਕਟਰ ਸੁੱਚਾ ਸਿੰਘ ਗਿੱਲ, ਜਿਹੜੇ ਕ੍ਰਿਡ ਨਾਲ ਐਸੋਸੀਏਟਿਡ ਨੇ। ਨਾ ਕੇਵਲ ਅਰਥਚਾਰੇ ਦੀਆਂ ਫਿਗਰਸ ਨੂੰ ਜਾਣਦੇ ਨੇ, ਬਲਕਿ ਰਾਜਨੀਤੀ ਤੇ ਅਰਥਚਾਰਾ ਤੇ ਸਾਡਾ ਵਿਕਸਿਤ ਹੋਣਾ ਇੱਕ ਦੇਸ਼ ਦੇ ਤੌਰ ਤੇ, ਇੱਕ ਸਿਟੀਜ਼ਨ ਦੇ ਤੌਰ ਤੇ, ਇਹ ਸਭ ਕਿਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ, ਇਸ ਨੂੰ ਨੇੜਿਓਂ ਸਮਝਦੇ ਨੇ। ਸਾਡੇ ਨਾਲ ਜੁੜ ਰਹੇ ਨੇ ਰਾਜੀਵ ਗੋਦਾਰਾ ਜੀ। ਰਾਜੀਵ ਗੋਦਾਰਾ ਜੀ ਸਵਰਾਜ ਇੰਡੀਆ ਦੇ ਨਾਲ ਜੁੜੇ ਹੋਏ ਨੇ, ਰਾਜਨੀਤਿਕ ਕਾਰਕੁਨ ਵੀ ਨੇ ਅਤੇ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਵੀ ਇਹਦੇ ਬਾਰੇ ਸਵਾਲ ਪੁੱਛਾਂਗੇ ਕਿ ਦੇਸ਼ ਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਇਹ ਜਿਹੜੀ ਵਿਚਾਰਾਂ ਦੀ ਡਾਇਵਰਸਿਟੀ ਹੁੰਦੀ ਹੈ ਉਹ ਸਾਨੂੰ ਕਿਉਂ ਸਾਹਮਣੇ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਡਾਕਟਰ ਸੁੱਚਾ ਸਿੰਘ ਗਿੱਲ ਜੀ, ਜੇ ਅਸੀਂ ਸਾਰੇ ਇੱਕੋ ਜਿਹੇ ਤਰੀਕੇ ਨਾਲ ਸੋਚਣ ਲੱਗ ਜਾਂਗੇ, ਇੱਕੋ ਜਿਹੀ ਗੱਲ ਕਰਾਂਗੇ, ਮੰਦੀ ਬਾਰੇ ਸਾਡੇ ਵਿਊ ਸਭ ਦੇ ਇੱਕੋ ਜਿਹੇ ਹੋਣਗੇ, ਮਤਲਬ ਕਿਸੇ ਤਰੀਕੇ ਦਾ, ਚਾਹੇ ਕਸ਼ਮੀਰ ਹੋਵੇ, ਚਾਹੇ ਆਰਥਿਕ ਮੰਦੀ ਹੋਵੇ, ਕੋਈ ਵੀ ਵਿਊ ਹੋਵੇ, ਕਿਸੇ ਲਾਅ ਦੇ ਮਾਮਲੇ ਦੇ ਉੱਤੇ ਹੋਵੇ, ਇੱਕ ਧਿਰ ਦੇ ਜੇ ਬਿਆਨੀਆ ਆਵੇ, ਫਿਰ ਅਸੀਂ ਕਿਹੋ ਜਿਹਾ ਦੇਸ਼ ਬਣਾਂਗੇ? ਕੀ ਸਾਡੇ 'ਚ ਇੰਨੀ ਇਕਸੁਰਤਾ ਆ ਜਾਏਗੀ, ਸਾਡੇ 'ਚ ਅਸਲ 'ਚ ਏਕਤਾ ਵੱਧ ਜਾਏਗੀ, ਅਸੀਂ ਇੱਕ ਆਵਾਜ਼ ਵਾਲਾ ਦੇਸ਼ ਹੋ ਜਾਵਾਂਗੇ, ਸਟਰੋਂਗ ਹੋ ਜਾਵਾਂਗੇ, ਜਾਂ ਵੀਕ ਹੋ ਜਾਵਾਂਗੇ? ਜਿਹੜੀ ਸਿਚੁਏਸ਼ਨ ਤੁਸੀਂ ਬਿਆਨ ਕਰ ਰਹੇ ਜੇ, ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਖੜੋਤ ਦੀ ਸਿਚੁਏਸ਼ਨ 'ਚ। ਜੇ ਇੱਕੋ ਕਿਸਮ ਦਾ ਵਿਊ ਹੋਵੇ, ਜੇ ਅਸੀਂ ਕੋਈ ਡਿਫਰੈਂਟ ਵਿਊ ਨਹੀਂ ਰੱਖਦੇ ਜਾਂ ਪੁਰਾਣੇ ਖਿਆਲ ਜਿਹੜੇ ਨੇ ਉਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਦੇ, 125 ਕਰੋੜ ਲੋਕ, ਇੰਨੇ ਧਰਮ, ਇੰਨੀਆਂ ਭਾਸ਼ਾਵਾਂ, ਇੰਨੇ ਵਿਚਾਰ, ਫਿਰ ਇੱਕ ਵਿਊ ਕਿੱਦਾਂ ਹੋ ਜਾਏਗਾ? ਜੇ ਇੱਕ ਵਿਊ ਅਸੀਂ ਤੇ ਖੜ ਜਾਂਦੇ ਆ, ਇਹਦਾ ਮਤਲਬ ਹੈ ਕਿ ਸਾਡੀ ਸੋਚ ਵਿੱਚ ਸਾਡੀ ਕ੍ਰੀਏਟਿਵਿਟੀ ਖਤਮ ਹੋ ਗਈ ਹੈ, ਸੋਚ ਜਿਹੜੀ ਹੈ ਇੱਕ ਥਾਂ ਤੇ ਖੜ ਗਈ ਹੈ। ਕਿਉਂਕਿ ਜਿਵੇਂ ਸਾਡੀ ਖੜੀ ਹੈ ਜਾਂ ਕੋਈ ਖੜੀ ਕਰ ਰਿਹਾ ਸਾਡੀ, ਜੋ ਵਾਟਐਵਰ ਦਾ ਇੱਕ ਨਰੇਟਿਵ ਇਹੋ ਜਿਹਾ ਬਣ ਰਿਹਾ ਹੈਗਾ ਕਿ ਖੜੋਤ ਵੱਲ ਨੂੰ ਲਿਜਾ ਰਿਹਾ, ਕਿ ਮਸਲਨ ਜੇ ਇਹ ਅਸੀਂ ਨਾ ਸੋਚਦੇ ਕਿ ਜਿਹੜੀ ਖੇਤੀ ਹੈ ਬਲਦਾਂ ਤੋਂ ਟਰੈਕਟਰ ਨਾਲ ਕਰਕੇ ਮਸ਼ੀਨੀਕਰਨ ਕੀਤਾ ਜਾ ਸਕਦਾ, ਤੇ ਜਿਸ ਲੈਵਲ ਤੇ ਅੱਜ ਖੇਤੀ ਪਹੁੰਚੀ ਹੈ ਨਹੀਂ ਸੀ ਪਹੁੰਚਦੀ। ਸੋ ਇਹ ਇੱਕ ਵਿਚਾਰ ਜਿਹੜਾ ਸੀਗਾ ਵੀ ਬਲਦਾਂ ਦੀ ਖੇਤੀ ਤੋਂ ਦੂਜੇ ਪਾਸੇ ਜਾਣਾ, ਇੱਕ ਨੂੰ ਰਿਜੈਕਟ ਕਰਨਾ, ਦੂਜੇ ਨੂੰ ਐਕਸੈਪਟ ਕਰਨਾ, ਇਹ ਨਵਾਂ ਵਿਚਾਰ ਨਾ ਹੁੰਦਾ ਤੇ ਪ੍ਰੋਗਰੈਸ ਨਾ ਹੁੰਦੀ।
ਤੋ ਅੱਜ ਦੇ ਜ਼ਮਾਨੇ 'ਚ ਜਿੱਥੇ ਅਸੀਂ ਖੜੇ ਆ, ਮੁਲਕ ਨੂੰ ਕ੍ਰੀਏਟੀਵਿਟੀ ਬਹੁਤ ਚਾਹੀਦੀ ਆ, ਵੱਖਰੇ ਤਰ੍ਹਾਂ ਸੋਚਣਾ, ਨਵੀਂ ਟੈਕਨੋਲੋਜੀ, ਨਵੀਂ ਸੋਚ, ਇਮੇਜਿਨੇਸ਼ਨ, ਕ੍ਰੀਏਟੀਵਿਟੀ, ਇਹ ਤਾਂ ਵਿਚਾਰਾਂ ਦਾ ਇੱਕ ਦੂਜੇ ਨਾਲ ਭਿੜਨਾ, ਇਹ ਤਾਂ ਹੁੰਦੀ ਹੈ ਜੇ ਵੱਖਰੇ ਵਿਚਾਰ ਹੋਣ। ਜੇ ਅੱਜ ਤੁਹਾਡੇ ਇੰਟੈਲੈਕਚੁਅਲ ਦੇ ਮਨ ਵਿੱਚ ਡਰ ਹੈ ਕਿ ਜੇ ਮੈਂ ਮਾਓ ਦੀ ਕਿਤਾਬ ਘਰ ਰੱਖ ਲਈ, ਕਾਰਲ ਮਾਰਕਸ ਦੀ ਕਿਤਾਬ ਰੱਖ ਲਈ ਤੇ ਮੈਨੂੰ ਟੈਰਰਿਸਟ ਡਿਕਲੇਅਰ ਕਰਕੇ ਤੇ ਜੇਲ੍ਹ 'ਚ ਸੁੱਟਿਆ ਜਾ ਸਕਦਾ ਹੈ, ਤੇ ਉਹ ਫਿਰ ਵਿਚਾਰਾਂ ਦਾ ਜਿਹੜਾ ਮਤਭੇਦ ਹੈ ਉਹ ਖਤਮ ਹੋ ਜਾਏਗਾ, ਖੜੋਤ ਵੱਲ ਨੂੰ ਜਾਵਾਂਗੇ। ਇਹਦੇ ਨਾਲ ਸਾਰੇ ਅਸੀਂ ਇੱਕੋ ਜਿਹੇ ਬਣ ਜਾਵਾਂਗੇ, ਅੱਛੀ ਗੱਲ ਨਹੀਂ ਹੋਵੇਗੀ? ਮਤਲਬ ਸਰਕਾਰ ਤੇ ਇਹੀ ਸੋਚ ਕੇ ਕਹਿੰਦੀ ਹੋਏਗੀ। ਦੇਖੋ ਗੱਲ ਇਹ ਆ ਕਿ ਜਿਹੜੀ ਕੰਸੈਂਟ ਨਾਲ ਇਕੱਠੇ ਰਹਿਣਾ ਹੈ, ਉਹਦਾ ਮਤਲਬ ਇਹਦਾ ਮਤਲਬ ਨਹੀਂ ਹੁੰਦਾ ਜਿਵੇਂ ਮੀਆਂ ਬੀਵੀ ਵੀ ਆ, ਵਿਆਹ ਫੈਮਿਲੀ 'ਚ ਵਿਆਹ ਕਰਦੇ ਆ, ਇਹਦਾ ਮਤਲਬ ਇਹ ਨਹੀਂ ਕਿ ਇੰਡੀਵਿਜੂਅਲ ਦੀ ਪਰਸਨੈਲਿਟੀ ਖਤਮ ਹੁੰਦੀ ਆ, ਉਹ ਕੰਸੈਂਟ ਨਾਲ ਇੱਕ ਦੂਜੇ ਨਾਲ ਸਮਝ ਕੇ ਇਕੱਠੇ ਰਹਿ ਰਹੇ ਹੁੰਦੇ ਆ। ਇਸੇ ਤਰ੍ਹਾਂ ਡਿਵਰਸਿਟੀ ਹੈ, ਕੋਈ ਭਾਸ਼ਾ ਬੋਲਦਾ, ਕੋਈ ਤੇਲਗੂ ਬੋਲਦਾ, ਕੋਈ ਪਲਿਆਲੀ ਬੋਲਦਾ, ਕੋਈ ਪੰਜਾਬੀ ਬੋਲਦਾ, ਕੋਈ ਹਿੰਦੀ ਬੋਲਦਾ। ਤੁਸੀਂ ਇਹਦਾ ਦੋਸ਼ ਅੱਜ ਦੀ ਸੱਤਾਧਾਰੀ ਪਾਰਟੀ ਦੇ ਸਿਰ ਦਿੰਦੇ ਹੋ ਕਿ ਜਿਹੜਿਆਂ ਨੇ ਪਹਿਲਾਂ ਇਸ ਦੇਸ਼ ਦੇ ਵਿੱਚ 70 ਸਾਲ ਕਹਿੰਦੇ ਨੇ ਅਸੀਂ ਡੈਮੋਕ੍ਰੇਸੀ ਦੀਆਂ ਜੜ੍ਹਾਂ ਲਾਈਆਂ, ਉਹਨਾਂ ਦੇ ਉੱਤੇ ਵੀ ਕੋਈ ਦੋਸ਼ ਆਉਂਦਾ ਕਿ ਉਹ ਵੀ ਇਹਨਾਂ ਜੜ੍ਹਾਂ 'ਚ ਤੇਲ ਦਿੰਦੇ ਰਹੇ ਨੇ ਇਸ ਡੈਸੈਂਟ ਨੂੰ ਮਾਰਨ ਦੇ ਵਿੱਚ, ਉਹਨਾਂ ਦਾ ਵੀ ਬਕਾਇਦਾ। ਦੇਖੋ ਗੱਲ ਇਹ ਆ ਕਿ ਜਿਹੜੀ ਇੱਕ ਪ੍ਰੋਸੈਸ ਹੈ, ਇਹਦੀ ਬੁਨਿਆਦ 1994 ਚ ਰੱਖੀ ਸੀ ਜਦੋਂ WTO ਸਾਈਨ ਕੀਤਾ ਹੈਗਾ, ਜਿਸ 'ਚ ਅਸੀਂ ਮੰਨ ਲਿਆ ਕਿ ਹੈਲਥ ਤੇ ਐਜੂਕੇਸ਼ਨ ਜਿਹੜੀਆਂ ਨੇ ਟ੍ਰੇਡੇਬਲ ਕਮੋਡਿਟੀ ਨੇ, ਕਮਰਸ਼ੀਅਲ ਐਕਟੀਵਿਟੀ ਹੈ। ਤੇ ਜਦੋਂ ਤੁਸੀਂ ਕਮਰਸ਼ੀਅਲ ਐਕਟੀਵਿਟੀ ਨੈਸ਼ਨਲ ਤੌਰ ਤੇ ਮੰਨ ਲਿਆ, ਤੇ ਜੇ ਅੱਜ ਦੀ ਗਵਰਨਮੈਂਟ ਨੂੰ ਕਮਰਸ਼ੀਅਲਿਜ਼ਮ ਨੂੰ ਪ੍ਰਮੋਟ ਕਰ ਰਹੀ ਹੈ ਤੇ ਉਹ ਕੰਟੀਨਿਊਟੀ 'ਚ ਦੇਖਾਂਗੇ। ਇਹ ਜਿਹੜੀ ਡਾਇਵਰਸਿਟੀ ਹੈ, ਡਿਫਰੈਂਸ ਆਫ ਓਪੀਨੀਅਨ ਹੈ, ਵਿਚਾਰਾਂ ਦਾ ਭੇੜ ਹੈ, ਇਹ ਵਿਕਾਸ ਦਾ ਰਾਹ ਖੋਲਦਾ ਹੈ, ਨਵੀਂ ਸੋਚ, ਨਵੀਂ ਟੈਕਨੋਲੋਜੀ, ਨਵੀਂ ਸਟਰਕਚਰ ਬਿਲਡ ਕਰਦਾ ਹੈ। ਜਦੋਂ ਅਸੀਂ ਇੱਕ ਇਸ ਤਰ੍ਹਾਂ ਬਣਾ ਰਹੇ ਹਾਂ ਤੇ ਇਹ ਰਾਹ ਅਸੀਂ ਬੰਦ ਕਰ ਰਹੇ ਹਾਂ। ਅਗਲੀ ਗੱਲ ਹੈ ਕਿ ਕਾਰਨ ਕੀ ਨੇ? ਕਾਰਨ ਇਹਦੇ ਨੇ ਕਿ ਜਦੋਂ ਇਹ 2014 ਦੀ ਇਲੈਕਸ਼ਨ ਹੁੰਦੀ ਹੈ ਤੇ ਉਹਦੇ 'ਚ ਜਿਹੜੀਆਂ ਸਾਡੀਆਂ ਮੇਜਰ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਡੈਸੀਮੇਟ ਹੋਣਾ, ਉਹ ਤਾਂ ਖਤਮ ਹੋ ਗਈਆਂ। ਤੇ ਉਹਦੇ 'ਚ ਜਿਹੜੇ ਉਹ ਦੇ ਹੈਵ ਲੋਸਟ ਸੈਲਫ ਕੌਨਫੀਡੈਂਸ, ਜਿਸ ਤਰ੍ਹਾਂ ਜਿਹਨਾਂ ਦਾ ਸਵੈ ਵਿਸ਼ਵਾਸ ਦੀ ਘਾਟ ਹੈ, ਇਸ ਕਰਕੇ ਉਹ ਬੋਲ ਨਹੀਂ ਪਾ ਰਹੇ, ਇਸ ਕਰਕੇ ਕਾਂਗਰਸ ਦੇ ਲੋਕ ਟੀਵੀ ਦੀਆਂ ਬਹਿਸਾਂ ਵਿੱਚੋਂ ਭੱਜ ਗਏ, ਇਸ ਕਰਕੇ ਕਾਂਗਰਸ ਦਾ ਬਿਆਨੀਆ ਵੀ ਸਾਹਮਣੇ ਨਹੀਂ ਆ ਰਿਹਾ, ਵਿਰੋਧੀਆਂ ਦਾ ਵੀ ਨਹੀਂ ਆ ਰਿਹਾ, ਲੈਫਟ ਦਾ ਵੀ ਕੋਈ ਬਹੁਤਾ ਬਿਆਨੀਆ ਇਸ ਤਰ੍ਹਾਂ ਸਾਹਮਣੇ ਉਹਨਾਂ ਨੂੰ ਜਗ੍ਹਾ ਮਿਲ ਵੀ ਨਹੀਂ ਰਹੀ। ਲੈਫਟ ਵਾਲਿਆਂ ਨੇ ਜਦੋਂ 91 ਚ ਸੋਵੀਅਤ ਯੂਨੀਅਨ ਟੁੱਟਿਆ, ਦੇ ਲੋਸਟ ਸੈਲਫ ਕੌਨਫੀਡੈਂਸ ਦੈਨ, ਉਹ ਚੋਂ ਮੁੜ ਕੇ ਖੜੇ ਨਹੀਂ ਹੋਏ। ਇਸ ਕਰਕੇ ਲੋੜ ਹੈ ਕਿ ਜਿਹੜੇ ਵਿਚਾਰਾਂ ਦੇ ਤੌਰ ਤੇ ਆਪਣੇ ਸੋਚ ਬਾਰੇ ਬੰਦੇ ਜਿਹੜੇ ਨੇ ਸੈਲਫ ਕੌਨਫੀਡੈਂਟ ਹੋਣ ਔਰ ਆਪਣੀ ਗੱਲ ਕਰਨ। ਰਜੀਵ ਗੁਦਾਰਾ ਜੀ, ਟੇਕ ਮੀ ਟੂ ਦਾ ਪੋਲੀਟੀਕਲ ਪਾਰਟ ਆਫ ਇਟ, ਕਿਉਂਕਿ ਇਹ ਜਿਹੜਾ ਡਾਈਸੈਂਟ ਦਾ ਡਿਬੇਟ ਦਾ ਕਲਚਰ ਸੀ, ਇਹ ਤਾਂ ਕੋਈ ਵੈਸਟ ਤੋਂ ਅਸੀਂ ਨਹੀਂ ਲਿਆ। ਅਸੀਂ ਤੇ ਆਪ ਸੰਵਾਦ ਵਾਲੇ ਲੋਕ ਹਾਂ, ਗੋਸ਼ਟੀ ਵਾਲੇ ਲੋਕ ਹਾਂ, ਖੰਡਨ ਮੰਡਨ ਵਾਲੇ ਲੋਕ ਹਾਂ। ਸਾਡੇ ਤਾਂ ਸਾਰੇ ਸ਼ਾਸਤਰ ਦੇ ਨਾਲ ਭਰੇ ਪਏ ਨੇ, ਸਾਡੇ ਤਾਂ ਗੁਰੂ ਸਿੱਧ ਗੋਸ਼ਟ ਕਰਦੇ ਸੀ, ਗੱਲ ਨੂੰ ਲੌਜਿਕ ਨਾਲ ਕਰਦੇ ਸੀ, ਤਾਂ ਡਿਫਰੈਂਟ ਵਿਊਜ਼ ਨੂੰ ਅਸੀਂ ਕਲਾਵੇ ਵਿੱਚ ਲੈਂਦੇ ਸੀ, ਉਹਨਾਂ ਨਾਲ ਅਸੀਂ ਕੰਟੈਂਟ ਕਰਦੇ ਸੀ। ਇਹ ਸਭ ਕਿਉਂ ਖਤਮ ਹੋ ਗਿਆ? ਅਸੀਂ ਜਿਸ ਵੇਲੇ ਲੈਫਟ ਦੇ ਜਿਹੜੇ ਐਕਸਟ੍ਰੀਮ ਰੂਪ ਸੀਗੇ, ਸਟਾਲਿਨ ਦੀ ਪਰਜ ਸੀ, ਅਸੀਂ ਉਹਨੂੰ ਕੰਡੈਮ ਕਰਦੇ ਹਾਂ ਕਿ ਉਸਨੇ ਡਾਈਸੈਂਟ ਨੂੰ ਖਤਮ ਕੀਤਾ, ਇਸ ਲਈ ਉੱਥੇ ਲੋਕ ਮਾਰ ਦਿੱਤੇ। ਇਹ ਸਾਡੇ ਤੱਕ ਇਹ ਸਭ ਕਿਵੇਂ ਤੁਰ ਕੇ ਆ ਗਿਆ? ਉਸ ਵੇਲੇ ਐਕਸਟ੍ਰੀਮ ਲੈਫਟ ਵਾਲੇ ਡਾਈਸੈਂਟ ਕਿਲ ਕਰ ਰਹੇ ਸੀ, ਅੱਜ ਰਾਈਟ ਵਿੰਗ ਕੀ ਡਾਈਸੈਂਟ ਨੂੰ ਕਿਲ ਕਰ ਰਿਹਾ ਹੈ? ਸਾਡੀ ਪੋਲਿਟਿਕਸ ਇੰਨੀ ਕਿਉਂ ਮੈਚਿਓਰ ਨਹੀਂ ਸਾਹਮਣੇ ਹੋ ਕੇ ਆ ਰਹੀ? ਨਵੀਨ ਚੋਰੇ ਕਰਕੇ IIT ਦਾ ਬ੍ਰਿਲੀਅੰਟ ਬੱਚਾ, ਉਹਦੀ ਕਵਿਤਾ ਬੜੀ ਵਾਇਰਲ ਹੋ ਰਹੀ। ਮੈਂ ਤੁਹਾਨੂੰ ਉਹ ਜਿਹੜਾ ਸਵਾਲ ਚੁੱਕਦਾ ਹੈ, वो कहता है, तुम सवालों से भरे हो, क्या तुम्हें मालूम है भीड़ से कुछ पूछना भी जानलेवा जुर्म है। एक कड़वी सच्चाई अज दे दौर दी है। ये तुसी जेड़े पंजाब दी गल कीती, उथों दी गल करो, देश दे किसी हिस्से दी गल करो, एक एक इशू ते आ जाइए आपां ते लगातार ये फैल रहे। हरियाणा दे विच गौ संरक्षण एंड संवर्धन कानून बनदा है, कोई डिबेट नहीं होता, कोई चर्चा नहीं होती। पंजाब दे विच धर्म ग्रंथां दी बेअदबी दा कानून बनदा, कोई चर्चा नहीं होंदी। चर्चा मैं किहड़े पासे खड़ा होवांगा, तुसीं किहड़े पासे खड़े होंगे, वो बात दी गल है, पर ओपन चर्चा करोगे ਤਾਂ ਤੁਹਾਡੇ ਤੇ ਸਵਾਲ ਚੁੱਕੇ ਜਾਣਗੇ, ਤੁਹਾਨੂੰ ਖਤਰਾ ਹੋ ਸਕਦਾ। ਤੁਸੀਂ ਵਰਚੁਅਲੀ ਭੀੜ ਦੇ ਸਾਹਮਣੇ ਖੜੇ ਹੋਵੋਗੇ, ਤੁਸੀਂ ਭੀੜ ਦੇ ਸਾਹਮਣੇ ਖੜੇ ਹੋਵੋਗੇ, ਇਹ ਤੁਹਾਡਾ ਤੇ ਭੀੜ ਨੂੰ ਸਵਾਲ ਪੁੱਛਣਾ ਜੁਰਮ ਹੈ ਤੇ ਕਹਿ ਰਿਹਾ ਕਵੀ। ਇਹ ਅਸੀਂ ਲਗਾਤਾਰ ਵੇਖ ਰਹੇ ਹਾਂ। ਅਸੀਂ ਇਹ ਸਾਰਾ ਵੇਖਣ ਤੋਂ ਬਾਅਦ ਹਰਿਆਣਾ ਦੇ ਵਿੱਚ, ਪੰਜਾਬ ਦੇ ਵਿੱਚ ਘਟ ਹੋਈਆਂ ਨੇ, ਦੇਸ਼ ਦੇ ਵਿੱਚ ਬਹੁਤ ਸਾਰੇ ਹਿੱਸੇ ਦੇ ਵਿੱਚ ਲਿੰਚਿੰਗ ਦੀ ਘਟਨਾਵਾਂ ਹੋਈਆਂ, ਤੇ ਤੁਸੀਂ ਜਦੋਂ ਭੀੜ ਨੇ ਮੰਨ ਲਿਆ ਕਿ ਇਹ ਅਪਰਾਧ ਹੈ ਤੇ ਮਾਰ ਦਿੱਤਾ, ਕੋਈ ਪੁੱਛਣ ਵਾਲਾ ਨਹੀਂਗਾ। ਰਜੀਵ ਗੁਦਾਰਾ ਜੀ, ਅਸੀਂ ਸਾਹਮਣੇ ਸਬਕ ਦੇਖੇ ਸੀਗੇ, ਜਿਸ ਵੇਲੇ ਡਾਈਸੈਂਟ ਕਾਂਗਰਸ ਵਿੱਚ ਨਹੀਂ ਸੀਗੀ, ਇੰਦਰਾ ਗਾਂਧੀ ਹੀ ਆਲੇ ਨਾਲ ਸੀ, ਤਾਂ ਡਾਈਸੈਂਟ ਦੀ ਐਬਸੈਂਸ, ਡਾਈਸੈਂਟ ਦਾ ਨਾ ਹੋਣਾ, ਵਖਰੇਵੇਂ ਦਾ ਨਾ ਹੋਣਾ, ਇਹ ਫਿਰ ਤੈਅ ਕਰ ਦਿੰਦਾ ਫਿਰ ਅਕਾਊਂਟੇਬਿਲਿਟੀ ਵੀ ਨਹੀਂ ਹੋਏਗੀ, ਫਿਰ ਤੁਹਾਡਾ ਇਹਤਸਾਬ ਵੀ ਕੋਈ ਨਹੀਂ ਕਰੇਗਾ।
ਤੇ ਫਿਰ ਕਾਂਗਰਸ ਕਿੱਥੇ ਜਾ ਡਿੱਗੀ ਸੀ। ਜਿਹੜੀਆਂ ਪਾਰਟੀਆਂ ਦੇ ਵਿੱਚੋਂ ਡਾਈਸੈਂਟ ਖਤਮ ਹੋ ਜਾਂਦੀ ਹੈ ਉਹ ਕਿੱਥੇ ਜਾ ਡਿੱਗਦੀਆਂ ਨੇ। ਕਮਿਊਨਿਸਟਾਂ ਦੇ ਵਿੱਚੋਂ ਡਾਈਸੈਂਟ ਖਤਮ ਹੁੰਦੀ ਸੀ, ਉਹ ਤਾਂ ਮਾੜਾ ਜਿਹਾ ਕਿਸੇ ਦਾ ਵਿਚਾਰਾਂ ਦਾ ਵਖਰੇਵਾ ਹੁੰਦਾ ਸੀ, ਤੂੰ ਕਹਿੰਦੇ ਸੀ ਸਾਥੀ ਇਹ ਵਿਕਿਆ ਹੋਇਆ ਹੈ, ਇਹ ਗੱਦਾਰ ਹੈ, ਇਹ ਸੋਧਵਾਦੀ ਹੈ, ਤੇ ਉਹ ਸਾਰੇ ਖਿੰਡਦੇ ਪੁੰਡਦੇ ਜੇ ਚਲੇ ਗਏ ਤੇ ਅੱਜ ਕਿੱਥੇ ਖੜੇ ਨੇ। ਤੇ ਸਰ ਪੰਜਾਬ ਦੀ ਜਿਹੜੀ ਵੱਡੀ ਮੂਵਮੈਂਟ ਰਹੀ ਉਹਦੇ ਵਿੱਚ ਵੀ ਇਹ ਸਵਾਲ ਬਹੁਤ ਵੱਡਾ ਉੱਠਿਆ। ਹਾਂ, ਇਹ ਕੇਜਰੀਵਾਲ ਵਾਲੀ ਮੂਵਮੈਂਟ ਦੇ ਵਿੱਚ ਵੀ ਹਾਂ ਕਿਸੇ ਨਾ ਕਿਸੇ ਦਾ ਏਜੰਟ ਹੋਏਗਾ, ਜਾਂ ਅਕਾਲੀਆਂ ਦਾ ਜਾਂ ਕਾਂਗਰਸ ਦਾ ਕਿਸੇ ਦਾ ਏਜੰਟ ਹੋਏਗਾ। ਨਹੀਂ, ਸਟੇਟ ਏਜੰਸੀਜ਼ ਦਾ ਏਜੰਟ ਹੈ। ਇਹ ਤਾਂ ਬਹੁਤ ਵੱਡੇ ਸਵਾਲ ਹੈ ਨਾ, ਮਾਰ ਦਿੱਤੇ ਗਏ ਆਪਸ ਚ ਬੰਦੇ ਇਸ ਤਰ੍ਹਾਂ। ਪਰ ਇਹ ਜੇ ਅਸੀਂ ਨਹੀਂ ਬਣਾਉਂਦੇ ਤੇ ਬਣਾਉਂਦੇ ਅਸੀਂ ਕਦੋਂ ਨਹੀਂ, ਜਦੋਂ ਅਸੀਂ ਬਹੁਤ ਨੇੜੇ ਦੇ ਵਿਸ਼ਿਆਂ ਤੇ ਇਹ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਇਸ਼ੂ ਤੇ ਵੀ ਤੁਸੀਂ ਡਾਈਸੈਂਟ ਰੱਖਦੇ ਹੋ, ਇਸ ਇਸ਼ੂ ਤੇ ਤੁਸੀਂ ਜਿਸ ਤਰ੍ਹਾਂ ਸੋਚੋਗੇ ਇਹ ਤਾਂ ਆਪਣੇ ਇੱਕ ਵਿਚਾਰ ਹੈ, ਤੁਸੀਂ ਲਿਬਰਲ ਹੋ ਗਏ ਹੋ, ਤੁਸੀਂ ਰੈਡੀਕਲ ਤੁਸੀਂ ਹੈਗੇ ਹੋ, ਤਾਂ ਮੈਂ ਬੋਲਦਾ ਮੈਂ ਲਿਬਰਲ ਗਾਲੀ ਦੇ ਤੌਰ ਤੇ ਤੁਸੀਂ ਮੇਰੇ ਵਾਸਤੇ ਇਸਤੇਮਾਲ ਕਰ ਲਓਗੇ। ਜੇ ਅਸੀਂ ਹਰ ਪਲ ਤੇ ਸਹਿਜ ਤਰੀਕੇ ਨਾਲ ਬੋਲਣ ਦੀ ਤੇ ਡਾਈਸੈਂਟ ਦੀ ਆਜ਼ਾਦੀ ਨੂੰ ਖਤਮ ਕਰਨਾ ਸ਼ੁਰੂ ਕਰ ਦਿਆਂਗੇ ਤੇ ਧੀਰੇ ਧੀਰੇ ਅਸੀਂ ਇੱਥੇ ਪਹੁੰਚ ਜਾਵਾਂਗੇ ਜਿੱਥੇ ਅਸੀਂ ਪਹੁੰਚ ਰਹੇ ਹਾਂ। ਇਹ ਲਗਾਤਾਰ ਹੋਇਆ। ਹੁਣ ਇਹਦੇ ਤੇ ਕੋਈ ਡਾਈਸੈਂਟ ਨਹੀਂ ਹੋ ਸਕਦੀ ਕਿ ਜਨਗਣ ਮਨ ਸਿਨੇਮਾ 'ਚ ਵੱਜੇਗਾ ਕਿ ਨਹੀਂ ਵੱਜੇਗਾ, ਤੇ ਜੇ ਵੱਜੇਗਾ ਤਾਂ ਤੁਸੀਂ ਖੜੇ ਹੋਵੋਗੇ ਜਾਂ ਨਹੀਂ ਖੜੇ ਹੋਵੋਗੇ। ਬਿਲਕੁਲ, ਜੇ ਤੁਹਾਡਾ ਕੋਈ ਡਿਫਰੈਂਟ ਵਿਚਾਰ ਹੈ ਤਾਂ ਆਪਣੀਆਂ ਲੱਤਾਂ ਤੁੜਵਾਉਣ ਲਈ ਤਿਆਰ ਰਹੋ। ਇਹ ਦੇਸ਼ ਬਣਾਉਣਾ। ਇਹ ਉਦੋਂ ਹੋਇਆ ਜਦੋਂ ਤੁਸੀਂ ਲੈਫਟ ਦੀ ਗੱਲ ਕੀਤੀ। ਲੈਫਟ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਸੈਂਟਰਲਿਜ਼ਮ ਦਾ ਵਿਚਾਰ ਸੀ, ਉਹਨੇ ਤਾਂ ਇੱਕ ਰਾਏ ਬਣਾ ਦਿੱਤੀ ਨਾ, ਕਿਸੇ ਦਾ ਸੈਂਟਰਲਿਜ਼ਮ ਪਾਰਟੀ ਦਾ ਸੈਂਟਰ ਹੈ, ਕਿਸੇ ਵਾਸਤੇ ਦੇਸ਼ ਦੀ ਸਰਕਾਰ ਹੈ, ਕਿਸੇ ਵਾਸਤੇ ਸਟੇਟ ਦੀ ਹੋ ਸਕਦੀ ਹੈ, ਕਿਸੇ ਵਾਸਤੇ ਸਰਕਾਰ ਦੀ ਹੋ ਸਕਦੀ ਹੈ। ਤੁਸੀਂ ਵਿਚਾਰ ਤੇ ਸੁਭਾਅ ਕਿਹੋ ਜਿਹਾ ਬਣਾਇਆ, ਕਿਸ ਤਰ੍ਹਾਂ ਦੇ ਸੰਸਕ੍ਰਿਤੀ ਨੂੰ ਤੁਸੀਂ ਇਵੋਲਵ ਕੀਤਾ। ਇੱਕ ਚੀਜ਼ ਥੋੜੀ ਜਿਹੀ ਡਿਫਰੈਂਟ ਸੀ ਬੀਜੇਪੀ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਗੱਲ ਦੀ ਸਿਫਤ ਹੁੰਦੀ ਰਹੀ ਪਿਛਲੇ ਕਈ ਸਾਲਾਂ 'ਚ। ਮੈਂ ਦਹਾਕਿਆਂ ਦੇ ਦੌਰਾਨ ਬੀਜੇਪੀ ਦੀ ਸਿਫਤ ਸੁਣੀ ਹੈ ਕਿ ਉਸ ਪਾਰਟੀ ਦੇ ਵਿੱਚ ਡਾਈਸੈਂਟ ਦੀ ਵਿਚਾਰ ਦੀ ਜਗ੍ਹਾ ਸੀ, ਉੱਥੇ ਅਲੱਗ-ਅਲੱਗ ਲੀਡਰਾਂ ਦੇ ਆਪਣੇ ਕੱਦ ਸੀ। ਤੁਸੀਂ ਦੇਖੋ ਇਸੇ ਬੀਜੇਪੀ ਦੇ ਰਾਮ ਜੇਠ ਮਲਾਨੀ ਵਰਗੇ ਲੋਕ ਬੀਜੇਪੀ ਦਾ ਹਿੱਸਾ ਹੁੰਦੇ ਨੇ, ਸੁਬਰਾਮਨੀਅਮ ਸਵਾਮੀ ਬੀਜੇਪੀ ਦਾ ਹਿੱਸਾ ਹੁੰਦੇ ਨੇ ਸਰ। ਕਿਸੇ ਟਾਈਮ ਸ਼ਾਂਤੀ ਭੂਸ਼ਣ ਵੀ ਨਾਲ ਮਿਲ ਕੇ ਚੱਲਦੇ ਸੀਗੇ। ਪੀਐਨ ਲੇਖੀ ਇਸੇ ਬੀਜੇਪੀ ਦੇ ਵਿੱਚ ਸੀਗੇ। ਸਵਦੇਸ਼ੀ ਜਾਗਰਣ ਮੰਚ ਦੀ ਜਿਹੜੀ ਇਕਨੋਮਿਕ ਲਾਈਨ ਹੈ, ਤੁਸੀਂ ਤੇ ਬਿਹਤਰ ਜਾਣਦੇ ਹੋ ਗਿੱਲ ਸਾਹਿਬ, ਉਹ ਕਦੀ-ਕਦੀ ਗੱਲ ਕਰਦੇ ਨੇ ਇੰਜ ਲੱਗਦਾ ਮਾਓਇਸਟਾਂ ਦਾ ਕੋਈ ਗਰੁੱਪ ਗੱਲ ਕਰ ਰਿਹਾ, ਪਤਾ ਹੀ ਨਹੀਂ ਲੱਗਦਾ ਵੀ ਮਾਓਇਸਟ ਕਹਿ ਰਿਹਾ ਹੈ ਕਿ ਸਵਦੇਸ਼ੀ ਜਾਗਰਣ ਮੰਚ ਵਾਲੇ ਕਹਿ ਰਹੇ ਨੇ, ਤੇ ਉਹ ਬੀਜੇਪੀ ਦਾ ਹਿੱਸਾ ਨੇ, ਲਾਰਜਰ ਪਰਿਵਾਰ ਦਾ ਹਿੱਸਾ ਨੇ, ਸੰਘ ਪਰਿਵਾਰ ਦਾ ਹਿੱਸਾ ਨੇ। ਸਰ ਬੀਜੇਪੀ ਦੇ ਵਿੱਚ ਵੀ ਗੋਵਿੰਦਾਚਾਰੀਆ ਨੂੰ ਵੀ ਤੁਸੀਂ ਵੇਖ ਲਓ, ਬਿਲਕੁਲ ਜੇਠਮਲਾਨੀ ਤੇ ਸੁਬਰਾਮਨਿਅਮ ਸਵਾਮੀ ਕਿਸੇ ਹੋਰ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਦੇ ਨੇ, ਬੀਜੇਪੀ ਉਹਨੂੰ ਥਾਂ ਦੇ ਦਿੰਦੀ ਹੈ। ਪਰ ਗੋਵਿੰਦਾਚਾਰੀਆ ਜਦੋਂ ਮੌਲਿਕ ਸਵਾਲ ਤੇ ਆਂਦਾ, ਸਵਦੇਸ਼ੀ ਦੀ ਗੱਲ ਕਰਦਾ, ਸਵਦੇਸ਼ੀ ਦਾ ਵੱਡਾ ਪੈਰੋਕਾਰ ਤਾਂ ਹੀ ਰਿਹਾ ਨਾ, ਤੇ ਉਦੋਂ ਕਿਸ ਤਰ੍ਹਾਂ ਕਿਨਾਰੇ ਕਰ ਦਿੱਤਾ ਜਾਂਦਾ। ਤੇ ਆਰਐਸਐਸ ਜਿਹੜੀ ਹੈ ਉਹ ਸਮਾਜ ਦੇ ਵਿੱਚ ਡਿਫਰੈਂਟ ਮੂੰਹਾਂ ਨਾਲ ਬੋਲਦੀ ਹੈ, ਜਿਹੜੇ ਸਮਾਜ ਨੂੰ ਐਡਰੈਸ ਕਰਨਾ ਉਸ ਮੂੰਹ ਨਾਲ ਉੱਥੇ ਜਾ ਕੇ ਬੋਲਦੀ ਹੈ। ਇਹ ਉਹਦੀ ਨੀਤੀ ਹੋ ਸਕਦੀ ਹੈ, ਉਹਦਾ ਰਣਨੀਤੀ ਹੋ ਸਕਦੀ ਹੈ ਕਿਸ ਤਰ੍ਹਾਂ ਜਾਣਾ, ਪਰ ਉਹਦੀ ਬੇਸਿਕ ਲਾਈਨ ਦੇ ਖਿਲਾਫ ਤਾਂ ਨਹੀਂ ਬੋਲਦੇ। ਇਸ ਕਰਕੇ 370 ਦੇ ਬਾਰੇ ਜੋ ਕਿ ਜਗ੍ਹਾ ਤਾਂ ਸੀ ਨਾ 370 ਬਾਰੇ ਕੁਝ ਚੀਜ਼ਾਂ ਦੇ ਉੱਤੇ ਆਪਣੇ ਡੋਮੇਨਸ ਦੇ ਵਿੱਚ ਡਾਈਸੈਂਟਿੰਗ ਵੌਇਸਿਸ ਬੀਜੇਪੀ ਦੇ ਵਿੱਚ ਸੁਣਾਈ ਦਿੰਦੀਆਂ ਸੀ, ਕਾਂਗਰਸ ਵਿੱਚ ਲੰਬੇ ਸਮੇਂ ਸੁਣਾਈ ਦਿੰਦੀਆਂ ਨਹੀਂ। ਜਿਹੜੀ ਮਿਨਿਸਟਰੀ 'ਚ ਕਮਲਨਾਥ, ਉਹਦੇ ਵਿੱਚ ਹੀ ਜੈਰਾਮ ਰਮੇਸ਼ ਵੀ ਹੋ ਜਾਂਦੇ ਸੀਗੇ, ਉਹਦੇ 'ਚ ਬੀਟੀ ਬ੍ਰਿੰਜਲ ਰੁਕ ਵੀ ਜਾਂਦਾ ਸੀਗਾ, ਤੇ ਉਹਦੇ 'ਚ ਜਿਹੜੇ ਪ੍ਰੋਜੈਕਟ ਹੈ ਫਟਾਫਟ ਧੜਾ ਪਾਸ ਵੀ ਹੁੰਦਾ ਸੀ ਜਯੰਤੀ ਨਟਰਾਜਨ ਦੇ ਥਰੂ। ਇੰਨਾ ਡਾਈਸੈਂਟ ਸਾਰੀ ਥਾਂ ਹੀ ਹੋਏਗਾ, ਪਰ ਡਾਈਸੈਂਟ ਕਿੰਨਾ ਸਬਸਟੈਂਸ਼ੀਅਲ ਹੈ ਤੁਹਾਨੂੰ ਇੰਨਾ ਵੀ ਦਿਸ ਰਿਹਾ ਅੱਜ ਵੇਲੇ ਸਰਕਾਰ? ਹਾਂ, ਮੈਨੂੰ ਇੰਨਾ ਵੀ ਦਿਸ ਰਿਹਾ। ਸਬਸਟੈਂਸ਼ੀਅਲ ਕਿੱਥੇ ਹੈ? ਜਿਹੜੇ ਵੱਡੇ ਏਜੰਡੇ ਤੁਸੀਂ ਬਣਾ ਲਏ ਨੇ, ਜਿਸ ਤਰ੍ਹਾਂ ਦਾ ਸਮਾਜ ਬਣਾਉਣ ਦੀ ਪਲਾਨ ਕਰ ਲਈ ਹੈ, ਉਹਦੇ ਥੱਲੇ ਤੁਸੀਂ ਇਹ ਦਿਖਾਉਂਦੇ ਰਹੋ ਕਿ ਜੀ ਦੇਖੋ ਜੀ ਅਸੀਂ ਆਹ ਕਰਤਾ। ਇਹ ਸਰਕਾਰਾਂ ਵੀ ਕਰਦੀਆਂ ਨੇ। ਜੁਡੀਸ਼ਰੀ ਦੇ ਵਿੱਚ ਕਰਪਸ਼ਨ ਦੇ ਨਾਂ ਤੇ 5-7 ਸਾਲ ਦੇ ਵਿੱਚ ਇੱਕ ਅੱਧਾ ਬੰਦਾ ਟੰਗ ਦਿੱਤਾ ਜਾਂਦਾ ਹੈ, ਤੇ ਫਿਰ ਤੁਸੀਂ ਦੱਸਦੇ ਬਾਕੀ ਚੱਲਦਾ ਰਹਿੰਦਾ, ਖਾਨਾਪੂਰੀ ਵੀ ਹੁੰਦੀ ਰਹਿੰਦੀ ਹੈ। ਸੁਪਰੀਮ ਕੋਰਟ ਅਚਾਨਕ ਬਹੁਤ ਵੱਡਾ ਫੈਸਲਾ ਕਰਕੇ ਲੋਕਤੰਤਰ ਦੇ ਪੱਖ 'ਚ ਖੜੀ ਹੁੰਦੀ ਹੈ। ਦੂਜੇ ਪਾਸੇ ਤੁਸੀਂ ਹੁਣ 370 ਹਟਾਉਣ ਤੋਂ ਬਾਅਦ ਕਸ਼ਮੀਰੀ ਲੀਡਰਾਂ ਨਾਲ ਮਿਲਣ ਦੇ ਜਿਹੜੇ ਫੈਸਲੇ ਆ ਰਹੇ ਨੇ, ਕਿਸ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਨੇ, ਦੂਜੇ ਪਾਸੇ ਉਹ ਵੀ ਚੱਲਦੇ ਰਹਿੰਦੇ ਨੇ। ਇਸ ਕਰਕੇ ਡਾਈਸੈਂਟ ਜਦੋਂ ਤੁਸੀਂ ਬਹੁਤ ਥੱਲੇ ਜਾ ਕੇ ਵੇਖੋਗੇ ਤੇ ਆਪਸ ਦੇ ਵਿੱਚ ਹੋਏਗੀ, ਤੌਰ ਤਰੀਕਿਆਂ ਦੇ ਵਿੱਚ ਹੋਏਗੀ, ਪਰ ਮੂਲ ਜਿਹੜਾ ਵਿਚਾਰ ਹੈ ਉਸ ਦੇ ਉੱਤੇ ਨਹੀਂ ਗਾ ਡਾਈਸੈਂਟ ਦਾ ਸਪੇਸ। ਜਗਦੀਸ਼ ਤਾਂ ਬੜੀ ਦੇਰ ਤੋਂ ਬ੍ਰੇਕ ਲਈ ਕਹਿ ਰਹੇ ਨੇ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਪਰ ਮੈਂ ਜਸਟ ਇੰਨਾ ਕੋਈ ਸਵਾਲ ਛੱਡ ਕੇ ਜਾ ਰਿਹਾ ਤੁਹਾਡੇ ਕੋਲ ਕਿ ਜਿੱਥੇ ਡਾਈਸੈਂਟ ਬਿਲਕੁਲ ਨਹੀਂ ਹੈਗੀ, ਜਿੱਥੇ ਤੁਸੀਂ ਹਿੰਮਤ ਵੀ ਨਾ ਕਰਨਾ, ਥੋੜੀ ਜਿਹੀ ਵੀ ਗਲਾ ਕੱਟ ਦਿੱਤਾ ਜਾਵੇਗਾ, ਉਹ ਤਾਂ ਹੈ ISIS, ਤਾਲਿਬਾਨ, ਅਲ ਕਾਇਦਾ, ਜਿੱਥੇ ਡਾਈਸੈਂਟ ਬਿਲਕੁਲ ਨਹੀਂ ਹੈਗੀ। ਤੇ ਜਿੱਥੇ ਸਾਡੇ ਦੇਸ਼ ਦੇ ਵਿੱਚ ਸੰਵਾਦ ਦੀ ਗੋਸ਼ਟੀ ਦੀ ਖੰਡਨ ਮੰਡਨ ਵਾਲੇ ਸ਼ਾਸਤਰਾਂ ਦੀ ਦੇਸ਼ ਸੀ, ਜੇ ਅਸੀਂ ਉੱਥੋਂ ਸਫ਼ਰ ਡਾਈਸੈਂਟ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਸ਼ੁਰੂ ਕੀਤਾ ਤਾਂ ਫਿਰ ਡਾਇਰੈਕਸ਼ਨ ਸਰ ਕਿਧਰੇ ਉਧਰ ਤਾਂ ਨਹੀਂ ਜਿਨ੍ਹਾਂ ਦੇ ਕਾਲੇ ਝੰਡੇ ਨੇ। ਇੱਕ ਖਤਰਨਾਕ ਜਿਹੇ ਸਵਾਲ ਨੂੰ ਡੀਲ ਕਰਦੇ ਹਾਂ ਆਫਟਰ ਦਿਸ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਿ ਦੇਸ਼ ਦੇ ਵਿੱਚ ਰਾਜਨੀਤੀ ਨੂੰ ਲੈ ਕੇ, ਸਮਾਜ ਦੇ ਵਿੱਚ ਵੱਖ-ਵੱਖ ਵਰਤਾਰਿਆਂ ਪ੍ਰਤੀ ਪਹੁੰਚ ਨੂੰ ਲੈ ਕੇ ਸਾਡੀ ਆਵਾਜ਼ ਦੇ ਵਿੱਚ ਇੰਨੀ ਇਕਸੁਰਤਾ ਕਿਵੇਂ ਦਿਖਾਈ ਦੇ ਰਹੀ ਹੈ। ਕੋਈ ਵੱਖਰਾ ਵਿਚਾਰ, ਵਿਰੋਧੀ ਦਾ ਬਿਆਨੀਆਂ, ਉਸ ਨੂੰ ਜਨਤਕ ਪਿੜ ਵਿੱਚ ਕੋਈ ਜਗ੍ਹਾ ਹੀ ਕਿਉਂ ਨਹੀਂ ਮਿਲ ਰਹੀ। ਧਾਰਾ 370 ਕਸ਼ਮੀਰ ਜਾਂ ਆਰਥਿਕ ਮੰਦੀ ਤੇ ਕਿਸੇ ਵੀ ਕਿਸਮ ਦਾ ਸਵਾਲ ਖੜਾ ਕਰਨਾ ਆਲਮੋਸਟ ਐਂਟੀ ਨੈਸ਼ਨਲ ਜਿਹਾ, ਕੋਈ ਦੇਸ਼ ਵਿਰੋਧੀ ਕਾਰਵਾਈ ਜਿਹਾ ਕਿਵੇਂ ਗਰਦਾਨ ਦਿੱਤਾ ਜਾਂਦਾ, ਤੇ ਇਹ ਸਭ ਸਾਨੂੰ ਕੀ ਬਣਾ ਰਿਹਾ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਸੁੱਚਾ ਸਿੰਘ ਗਿੱਲ ਜੀ ਅਤੇ ਰਾਜੀਵ ਗੋਦਾਰਾ ਜੀ, ਸਿਆਸੀ ਕਾਰਕੁਨ ਨੇ। ਡਾਕਟਰ ਸੁੱਚਾ ਸਿੰਘ ਗਿੱਲ ਜੀ, ਇਹ ਜਿਸ ਤਰ੍ਹਾਂ ਸਟਾਲਿਨ ਮੈਂ ਕਹਿ ਰਿਹਾ ਸੀ ਕਿ ਡਾਇਸੈਂਟ ਨੂੰ ਕਿਲ ਕਰਦਾ ਹੈ, ਪ੍ਰੋਬਲਮ ਕਮਿਊਨਿਸਟ ਮਾਡਲ ਦੇ ਨਾਲ ਖਾਸ ਤੌਰ ਤੇ ਇਹ ਸੀ। ਹੁਣ ਇਕਨੋਮਿਕ ਜਿਹੜੀ ਡਾਇਸੈਂਟ ਸੀਗੀ ਅਰਥਚਾਰੇ ਬਾਰੇ, ਉਹ ਵੀ ਕਿਲ ਕੀਤੀ ਜਾ ਰਹੀ ਹੈ। ਨਵੇਂ ਸਮਿਆਂ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਵੀ ਜਿਵੇਂ ਤੇਲ ਤੈਅ ਕਰਦਾ ਸੀ ਕਿ ਦੁਨੀਆ ਕਿਵੇਂ ਚੱਲੇਗੀ, ਆਇਲ ਇਕਨੋਮੀ, ਜਿਹੜਾ ਨਵੀਂ ਦੁਨੀਆ ਦਾ ਆਇਲ ਹੈ ਉਹ ਡਾਟਾ ਹੈ। ਤੇ ਹੁਣ ਤੁਹਾਡੇ ਵਰਗੇ ਅਰਥ ਸ਼ਾਸਤਰੀਆਂ ਨੂੰ ਡਾਟਾ ਚਾਹੀਦਾ ਹੁੰਦਾ ਹੈ, ਤੇ ਡਾਟੇ ਦੇ ਉੱਤੇ ਹੁਣ ਸਟੇਟ ਦਾ ਕਬਜ਼ਾ ਹੈ। ਕੋਈ ਡਾਟਾ ਰਿਲੀਜ਼ ਕਰਨਾ ਚਾਹੁੰਦਾ ਹੈ, ਕੋਈ ਸਟੈਟਿਸਟਿਕਸ ਰਿਲੀਜ਼ ਕਰਨਾ ਚਾਹੁੰਦਾ ਹੈ, ਤੇ ਹਿੰਦੁਸਤਾਨ ਦੀ ਸਟੈਟਿਸਟੀਕਲ ਆਰਗੇਨਾਈਜੇਸ਼ਨ ਦੇ ਚੀਫ ਨੂੰ ਅਸਤੀਫਾ ਦੇਣਾ ਪੈ ਜਾਂਦਾ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਡਾਟਾ ਰਿਲੀਜ਼ ਹੋਵੇ। ਹੁਣ ਤੇ ਡਾਟਾ ਬੇਸਡ ਡਾਈਸੈਂਟ ਵੀ ਮੁਸ਼ਕਲ ਹੋ ਜਾਏਗੀ। ਜੇ ਤੁਸੀਂ ਡਾਟੇ ਦੀ ਇੰਟਰਪ੍ਰੀਟੇਸ਼ਨ ਤੇ ਕੁਐਸਚਨ ਕਰੋਗੇ ਤਾਂ ਤੁਸੀਂ ਦੇਸ਼ ਵਿਰੋਧੀ ਵੀ ਹੋ ਸਕਦੇ ਹੋ, ਕਿਉਂਕਿ ਤੁਸੀਂ ਤਾਂ ਦੇਸ਼ ਦੀ ਮਾੜੀ ਇਮੇਜ ਪੇਸ਼ ਕਰ ਰਹੇ ਹੋ ਕਿ ਅਰਥਚਾਰਾ ਖਰਾਬ ਹੈ ਤੇ ਮੰਦੀ ਆ ਰਹੀ ਹੈ। ਜਦ ਤੁਹਾਨੂੰ ਸਰਕਾਰ ਨੇ ਦੱਸ ਦਿੱਤਾ ਕਿ ਮੰਦੀ ਨਹੀਂ ਆ ਰਹੀ, ਤਾਂ ਫਿਰ ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ। ਤੇ ਲੋਕ ਵੀ ਜਦੋਂ ਭੀੜ ਬਿਆਨੀਆਂ ਕਰ ਰਹੀ ਹੈ ਕਿ ਜੋ ਉਹਨਾਂ ਨੇ ਕਹਿ ਦਿੱਤਾ ਉਹ ਪਰਮ ਸੱਚ ਹੈ, ਜੋ ਤੁਸੀਂ ਕਹੋਗੇ ਉਹ ਦੇਸ਼ ਵਿਰੋਧੀ ਹੈ, ਅਜਿਹੇ ਵਿੱਚ ਕੋਈ ਇਕਨੋਮੀ ਡਾਈਸੈਂਟ ਦੀ ਘਾਟ ਨਾਲ ਕਿਵੇਂ ਡੀਲ ਕਰਦੀ ਹੈ, ਪੋਲਿਟਿਕਸ ਡਾਈਸੈਂਟ ਦੀ ਘਾਟ ਨਾਲ ਕਿਵੇਂ ਡੀਲ ਕਰਦੀ ਹੈ, ਸਮਾਜ ਡਾਈਸੈਂਟ ਦੀ ਘਾਟ ਨਾਲ ਕਿਵੇਂ ਡੀਲ ਕਰੇਗਾ। ਦੇਖੋ, ਜਦੋਂ ਪਹਿਲੀ ਦਫਾ ਹਿੰਦੁਸਤਾਨ ਦੇ ਵਿੱਚ 75 ਚ ਐਮਰਜੈਂਸੀ ਜੂਨ ਚ ਲੱਗਦੀ ਆ, ਉਹਨੇ ਸੈਂਸਰਸ਼ਿਪ ਲਾਤੀ, ਅਖਬਾਰਾਂ 'ਚ ਵਿਊ ਪੁਆਇੰਟ ਵਿਰੋਧੀਆਂ ਦੇ ਬੰਦ ਹੋ ਗਏ, ਵਿਰੋਧੀਆਂ ਨੂੰ ਅੰਦਰ ਦੇ ਦਿੱਤਾ। ਉਹਦਾ ਕਨਸੀਕੁਐਂਸ ਹੋਇਆ ਕਿ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੋਇਆ। ਬਿਲਕੁਲ, ਉਹਨੇ ਜਦੋਂ 77 ਚ ਇਲੈਕਸ਼ਨ ਹੋਈ ਹੈ, ਕਾਂਗਰਸ ਨੂੰ ਬਿਲਕੁਲ ਸਾਫ਼ ਕਰਤਾ। ਇੰਦਰਾ ਗਾਂਧੀ ਇਲੈਕਸ਼ਨ ਹਾਰ ਗਈ। ਫਿਰ ਮੁਲਕ ਵਿੱਚ ਇੱਕ ਡਿਬੇਟ ਸ਼ੁਰੂ ਹੋਈ ਕਿ ਸਿਵਲ ਲਿਬਰਟੀ, ਡੈਮੋਕ੍ਰੈਟਿਕ ਰਾਈਟਸ ਦੀ ਇੰਪੋਰਟੈਂਸ ਕਿੰਨੀ ਆ, ਜਿਹਦੇ ਰੈਮਨੈਂਟਸ ਅੱਜ ਵੀ ਪਾਏ ਜਾ ਸਕਦੇ ਆ। ਬਿਲਕੁਲ, ਤੇ 75 ਤੋਂ ਬਾਅਦ ਮੈਂ ਸਮਝਦਾ ਕਿ ਇਹ ਜਿਹੜਾ ਦੌਰ 2014 ਤੋਂ ਸ਼ੁਰੂ ਹੋਇਆ, ਇਹਦੇ 'ਚ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਕਿ ਜਿਹੜੀ ਡੈਸੈਂਟ ਹੈ ਉਹਨੂੰ ਕੰਟਰੋਲ ਕਰੋ। ਫਰੋਮ ਸਟਰੈਂਥਨਿੰਗ ਡਾਈਵਰਸਿਟੀ ਆਫ ਓਪੀਨੀਅਨ, ਜੇ ਕੋਈ ਡਿਫਰੈਂਟ ਓਪੀਨੀਅਨ ਆਉਂਦਾ ਹੈ, ਵੱਖਰਾ ਵਿਚਾਰ ਕੋਈ ਆਉਂਦਾ, ਉਹਨੂੰ ਕੰਟਰੋਲ ਕਰ ਲਓ। ਫਸਟ ਰਾਉਂਡ ਦੇ ਵਿੱਚ ਮੀਡੀਆ ਤੇ ਕੰਟਰੋਲ ਕੀਤਾ ਗਿਆ ਕਿ ਮੀਡੀਆ ਦੇ ਜਿਹੜੇ ਚੈਨਲ ਨੇ ਇੱਕੋ ਸੁਰ 'ਚ ਬੋਲਣ ਲੱਗੇ, ਅਖਬਾਰਾਂ ਇੱਕੋ ਸੁਰ 'ਚ ਬੋਲਣ ਲੱਗ ਗਈਆਂ, ਪੱਤਰਕਾਰਾਂ ਦੀਆਂ ਨੌਕਰੀਆਂ ਨੌਕਰੀਆਂ ਗਈਆਂ, ਔਰ ਉਹਦੇ 'ਚ ਕਿਹਾ ਗਿਆ ਕਿ ਫਲਾਣੇ ਬੰਦੇ ਦਾ ਵਿਚਾਰ ਛਾਪਣਾ, ਫਲਾਣੇ ਬੰਦੇ ਦਾ ਅਖਬਾਰ ਨਹੀਂ ਛਾਪਣਾ। ਈਵਨ ਅੱਜ ਦੇ ਦੌਰ ਦੇ ਵਿੱਚ ਇੱਕ ਪ੍ਰਮੁੱਖ ਬੀਜੇਪੀ ਦੇ ਲੀਡਰ ਨੇ ਬਿਆਨ ਦਿੱਤਾ ਕਿ ਮੇਰਾ ਵੀ ਆਰਟੀਕਲ ਅਖਬਾਰ 'ਚ ਨਹੀਂ ਛਾਪਣ ਦਿੱਤਾ ਜਾਂਦਾ, ਬੀਜੇਪੀ ਕਿਸੇ ਵੱਡੇ ਨੇਤਾ ਦਾ। ਸੋ ਅੱਜ ਸਿਚੁਏਸ਼ਨ ਇਹ ਆ ਗਈ ਆ ਕਿ ਜਿਹੜੇ ਵਿੱਚ ਵੀ ਪਾਰਟੀ 'ਚ ਬੰਦੇ ਨੇ, ਦੇ ਕੈਨ ਨਾਟ ਸਪੀਕ ਇਨ ਡਿਫਰੈਂਟ ਵਾਇਸ, ਅੰਦਰ ਹੀ ਪਾਰਟੀ ਦਾ ਬੰਦਾ ਨਹੀਂ ਬੋਲ ਸਕਦਾ। ਉਹਦਾ ਰਿਜ਼ਲਟ ਇਹ ਹੁੰਦਾ ਹੈ, ਭਾਵੇਂ ਇਕਨੋਮੀ ਹੋਏ, ਭਾਵੇਂ ਪੋਲਿਟਿਕਸ ਹੋਵੇ, ਕਿ ਜਿਹੜੀ ਗਰਾਊਂਡ ਰਿਐਲਿਟੀ ਆ ਉਹਦੇ ਤੋਂ ਜਿਹੜਾ ਸੈਂਟਰ ਆਫ ਪਾਵਰ ਹੈ, ਜਿਹੜਾ ਡਿਸੀਜਨ ਮੇਕਿੰਗ 'ਚ ਆ, ਉਹ ਟੁੱਟ ਜਾਂਦਾ ਹੈ। ਇਸ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਕਿ ਥੱਲੇ ਕੀ ਬਦਲ ਰਿਹਾ ਤੇ ਉਹ ਕਿਸ ਤਰ੍ਹਾਂ ਦੇ ਫੈਸਲੇ। ਸਭ ਦੱਸੋ ਇੱਕ ਗੱਲ ਇੰਟਰਸਟਿੰਗ, ਜਿਹੜਾ ਤੁਸੀਂ ਇਹ ਪੇਸ਼ ਕੀਤਾ, ਮੈਨੂੰ ਇਹ ਦੱਸੋ, ਮੈਂ ਮੰਨ ਲਓ ਬੀਜੇਪੀ ਦਾ ਵਰਕਰ ਹਾਂ ਜਾਂ ਮੈਂ ਕਾਂਗਰਸ ਦਾ ਵਰਕਰ ਹਾਂ, ਮੰਨ ਲਓ ਕਾਂਗਰਸ ਦਾ ਅੱਜ ਕੋਈ ਪ੍ਰਧਾਨ ਮੰਤਰੀ ਆ ਜਾਂਦਾ, ਉਹ ਬੜਾ ਹੀ ਸਟਰੋਂਗ ਹੈ, ਅੱਜ ਦੀਆਂ 303 ਸੀਟਾਂ ਛੱਡੋ ਜੀ, ਉਹ 350 ਸੀਟਾਂ ਵਾਲਾ ਕੋਈ ਆ ਜਾਂਦਾ ਤੇ ਉਹ ਸਾਰੇ ਡਾਈਸੈਂਟ ਖਤਮ ਕਰ ਦਿੰਦਾ, ਸਭ ਵਿਚਾਰ ਖਤਮ ਕਰ ਦਿੰਦਾ। ਐਜ਼ ਅ ਵਰਕਰ ਮੇਰੀ ਕੀ ਹੈਸੀਅਤ ਰਹੇਗੀ, ਮੇਰੀ ਜ਼ਰੂਰਤ ਹੀ ਕੀ ਹੈ ਪ੍ਰਧਾਨ ਨੂੰ। ਅੱਜ ਦੀ ਤਰੀਕ ਦੇ ਵਿੱਚ ਵਰਕਰ ਦੀ ਹੈਸੀਅਤ, ਜਿੱਥੇ ਡਾਈਸੈਂਟ ਖਤਮ ਹੈ, ਵਰਕਰ ਦੀ ਕੀ ਲੋੜ ਹੈ ਭਾਈ, ਮੇਰੀ ਤਾਂ ਇੰਪੋਰਟੈਂਸ ਹੀ ਖਤਮ ਹੋ ਗਈ ਹੈ। ਗੱਲ ਇਹ ਹੈ ਕਿ ਜਿਹੜਾ ਵਰਕਰ ਹੈ ਨਾ, ਅਲਟੀਮੇਟਲੀ ਗ੍ਰਾਸ ਰੂਟ ਵਰਕਰ ਜਿਹੜਾ ਹੈ, ਉਹੀ ਸਾਰਾ ਕੁਝ ਮੋਬਿਲਾਈਜ਼ ਕਰਦਾ ਹੈ ਕਿ ਥੱਲੇ ਜ਼ਮੀਨ ਦੇ ਉੱਤੇ ਕੀ ਵਾਪਰ ਰਿਹਾ, ਇਹ ਉੱਪਰ ਨੂੰ ਜਾਏਗਾ ਹੀ ਨਹੀਂ, ਉੱਪਰ ਨਹੀਂ ਜਾਏਗਾ ਨਹੀਂ, ਇਗਨੋਰੈਂਟ ਹੋ ਜਾਣਗੇ। ਸੇਮ ਅਬਾਊਟ ਡੇਟਾ, ਜੇ ਡੇਟਾ ਇਹ ਕਹਿ ਰਿਹਾ ਕਿ ਅਨਐਮਪਲੋਇਮੈਂਟ ਵੱਧ ਗਈ ਆ, ਯੂਥ ਅਨਐਮਪਲੋਇਮੈਂਟ 16% ਹੋ ਗਈ ਆ, ਪਿਛਲੇ 45 ਸਾਲਾਂ ਦੇ ਵਿੱਚ ਸਭ ਤੋਂ ਵੱਧ ਅਨਐਮਪਲੋਇਮੈਂਟ ਹੋ ਗਈ ਆ। ਉਹਨੂੰ 4 ਮਹੀਨੇ ਤਾਂ ਹੀ ਡੇਟਾ ਰੋਕ ਲਿਆ, ਜਿਸ 'ਚ ਸਟੈਟਿਸਟੀਕਲ ਕਮਿਸ਼ਨ ਦੇ ਚੇਅਰਮੈਨ ਨੇ ਤੇ ਵਾਈਸ ਚੇਅਰਮੈਨ ਨੇ ਰਿਜ਼ਾਈਨ ਕਰਤਾ, ਲੇਕਿਨ ਅਲਟੀਮੇਟਲੀ ਡੇਟਾ ਰਿਲੀਜ਼ ਹੋ ਗਿਆ। ਤੇ ਉਹ ਜਿਹੜਾ ਗਵਰਨਮੈਂਟ ਫਿਗਰ ਸਾਹਮਣੇ ਆ ਗਈ,
ਤੁਸੀਂ ਨਹੀਂ ਰਿਲੀਜ਼ ਕਰੋਗੇ ਵੀ ਸਾਡਾ ਗਰੋਥ ਰੇਟ 5% ਦਾ ਆ ਗਿਆ, ਅੱਜ IMF ਨੇ ਕਹਿਤਾ ਤੁਹਾਡਾ ਗਰੋਥ ਰੇਟ ਥੱਲੇ ਆ ਗਿਆ। ਕੋਈ ਨਹੀਂ, ਹੌਲੀ ਹੌਲੀ ਵੀ ਨਹੀਂ ਹੋਇਆ ਕਰੇਗਾ। ਨਹੀਂ, ਜੇ ਸਰਕਾਰ ਸਟਰੋਂਗ ਹੋ ਜਾਏਗੀ ਜਾਂ ਜਿਹੜੇ ਡਾਈਸੈਂਟ ਨੂੰ ਦਬਾਉਂਦੇ ਨੇ ਹੋਰ ਸਕਸੈਸਫੁਲ ਹੋ ਜਾਣਗੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਦੁਨੀਆ ਨੇ ਹਿਟਲਰ ਦੇਖੇ, ਔਰੰਗਜ਼ੇਬ ਦੇਖੇ ਹੈ। ਵੀ ਆਰ ਐਟ ਦਾ ਮੋਮੈਂਟ ਪਾਰਟ ਆਫ ਗਲੋਬਲ ਸਿਸਟਮ। ਅਸੀਂ ਜਿਹੜਾ ਸਾਰਾ ਡੇਟਾ ਹੈ, ਸੋ ਤੁਹਾਡਾ ਕਹਿਣਾ ਗਲੋਬਲ ਸਿਸਟਮ ਦੇ ਵਿੱਚ ਇਹ ਡਾਈਸੈਂਟ ਨੂੰ ਦਬਾਉਣਾ ਇੱਕ ਹੱਦ ਤੱਕ ਹੀ ਜਾ ਸਕਦਾ। ਨਹੀਂ, ਤੁਸੀਂ ਵਿਦਨ ਦਾ ਕੰਟਰੀ ਦਾ ਦਬਾ ਲੋਗੇ, ਲੇਕਿਨ ਗਲੋਬਲੀ ਨਹੀਂ ਉਹਨੂੰ ਦਬਾ ਸਕਦੇ, ਕਿਉਂਕਿ ਡੇਟਾ ਜਿਹੜਾ ਹੈ ਰੁਜ਼ਗਾਰ ਦਾ ਡੇਟਾ, ਆਮਦਨ ਦਾ ਡੇਟਾ ਅਸੀਂ ਹਰ 3 ਮਹੀਨੇ ਬਾਅਦ IMF ਨੂੰ ਸਬਮਿਟ ਕਰਦੇ ਹਾਂ। ਲੈਟ ਮੀ ਪੁਸ਼ ਇਟ ਬੈਕ ਟੂ ਪੋਲਿਟਿਕਸ, ਹੈ ਨਾ, ਕਿਉਂਕਿ ਉਹ ਜ਼ਿਆਦਾ ਜ਼ਰੂਰੀ ਪੇੜਾ ਮੇਰੇ ਲਈ। ਸਿਆਸਤ ਦੇ ਵਿੱਚ ਹੁਣ IS ਦੇ ਵਿੱਚ ਤਾਂ ਮੈਨੂੰ ਪਤਾ ਹੈ ਵੀ ਜੇ ਤੁਸੀਂ ਕਹੋਗੇ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਅਨਮਨੁੱਖੀ ਹੈ, ਇਹ TV ਤੇ ਬੰਦੇ ਦੀ ਗਰਦਨ ਲਾ ਰਹੇ ਹੋ, ਇਹ ਅਨਮਨੁੱਖੀ ਹੈ, ਤਾਂ ਅਗਲੀ ਗਰਦਨ ਮੇਰੀ ਲੱਥੇਗੀ। ਪਰ ਜੇ ਸੋਮਨਾਥ ਚੈਟਰਜੀ ਕੁਝ ਕਹਿ ਦਿੰਦਾ ਸੀ ਤੇ ਫਿਰ ਕੀ ਉਹ ਗਰਦਨ ਹੀ ਕਾਮਰੇਡ ਲਾ ਦਿੰਦੇ ਸੀ ਕਿ ਚੱਲ ਭਈ ਬਾਹਰ ਪਾਰਟੀ ਚੋਂ ਸਪੀਕਰ ਦੇ ਜੋਗੀ ਵੀ ਜਗ੍ਹਾ ਨਹੀਂ ਬਚਦੀ ਸੀ। ਸੀਤਾਰਾਮ ਯੇਚੁਰੀ ਦੀ ਪਾਰਟੀ 'ਚ ਸੋਮਨਾਥ ਚੈਟਰਜੀ ਦੇ ਕੱਦ ਦੇ ਵਿਅਕਤੀ ਦੀ ਜਗ੍ਹਾ ਨਹੀਂ ਬਚਦੀ ਸੀ। ਇਹ ਡਾਈਸੈਂਟ ਨੂੰ ਮਾਰਨ ਦਾ ਸਭ ਤਰੀਕੇ ਸਭ ਇੱਥੇ ਹੀ ਹੁੰਦੇ ਰਹੇ ਨੇ। ਇੰਦਰਾ ਗਾਂਧੀ ਦੀ ਕਾਂਗਰਸ ਵਿੱਚ ਜਿਹੜਾ ਇੰਦਰਾ ਇਜ਼ ਇੰਡੀਆ ਨਹੀਂ ਕਹਿੰਦਾ ਸੀ, ਉਹਦੀ ਜਗ੍ਹਾ ਨਹੀਂ ਬਚਦੀ ਸੀਗੀ। ਤੇ ਇਹ ਉਹੀ ਸਭ ਡਿਗਰੀ ਵਾਈਜ਼ ਅੱਗੇ ਨੂੰ ਜਾਂਦਾ ਜਾ ਰਿਹਾ। ਨੀਆਂ ਪਈਆਂ ਹੋਈਆਂ। 2-3 ਗੱਲਾਂ ਮੈਂ ਕਹਿਣਾ ਚਾਹਨਾ। ਇੱਕ ਤਾਂ ਨਾ ਅਸੀਂ ਔਜ਼ਾਰ ਬਦਲ ਰਹੇ ਨੇ। ਹਰ ਜ਼ਰੂਰੀ ਨਹੀਂ ਕਿ ਹਰ ਥਾਂ ਤੇ ਜਿੱਥੇ ਤੁਸੀਂ ਬੋਲੋਗੇ ਤੇ ਲਿੰਚਿੰਗ ਹੀ ਕੀਤੀ ਜਾਏਗੀ। ਲਿੰਚਿੰਗ ਦੀ ਲੋੜ ਹੈ, ਉੱਥੇ ਲਿੰਚਿੰਗ ਵੀ ਕਰ ਦਿੱਤੀ ਜਾਏਗੀ, ਕੀਤੀ ਜਾ ਰਹੀ ਹੈ। ਪਰ ਬਹੁਤ ਸਾਰੇ ਮਾਮਲੇ ਨੇ ਜਿੱਥੇ ਤੁਹਾਡੇ ਡਾਈਸੈਂਟ ਦੀ ਵੌਇਸਿਸ ਨੇ ਤੇ ਡਾਈਸੈਂਟ ਸਬਸਟੈਂਸ਼ੀਅਲ ਇਸ਼ੂਜ਼ ਤੇ ਥੱਲੇ ਬਹੁਤ ਸਾਰੀ ਡਿਫਰੈਂਟ ਵੌਇਸਿਸ ਹੋਣਗੀਆਂ, ਪਰ ਉਹ ਵੌਇਸਿਸ ਲੋਕਾਂ ਨੂੰ ਇੱਕ ਤਰ੍ਹਾਂ ਦਾ ਸੰਦੇਸ਼ ਦੇਵੇ ਕਿ ਡਾਈਸੈਂਟ ਤੁਸੀਂ ਰੱਖ ਸਕਦੇ ਹੋ, ਬੋਲ ਸਕਦੇ ਹੋ, ਪਰ ਉਹ ਬਾਹਰ ਨਿਕਲ ਕੇ ਨਾ ਆਵੇ। ਉਹਦਾ ਕੋਈ ਵੱਡਾ ਸਮਾਜ ਕਿਹੋ ਜਿਹਾ ਬਣਾਉਣਾ ਹੈ, ਸਮਾਜ ਤੁਸੀਂ ਇੱਕ ਤਰ੍ਹਾਂ ਦਾ ਬਣਾਉਣਾ ਹੈ, ਇੱਕ ਜਿਹਦੇ ਵਿੱਚ ਇੱਕੋ ਵਿਚਾਰ ਹੋਏਗਾ, ਇੱਕੋ ਹੀ ਤਰ੍ਹਾਂ ਲੋਕ ਸੋਚਣਗੇ, ਇੱਕੋ ਹੀ ਤਰ੍ਹਾਂ ਲੋਕ ਰਹਿਣਗੇ। ਤੇ ਉਹ ਜਿਹੜੀ ਹੈਜੇਮਨੀ ਕ੍ਰੀਏਟ ਕੀਤੀ ਜਾ ਰਹੀ ਹੈ, ਇਹ ਨਹੀਂ ਸਮਝ ਆਈ ਗੌਰੀ ਲੰਕੇਸ਼ ਨੂੰ ਤਾਂ ਫਿਰ ਜੇ ਉਸ ਤਰ੍ਹਾਂ ਨਹੀਂ ਸਮਝ ਆ ਰਹੀ ਤਾਂ ਉਸ ਤੋਂ ਇਲਾਵਾ ਉਹਦੇ ਔਜ਼ਾਰ ਬਦਲ ਰਹੇ ਨੇ। ਔਜ਼ਾਰ ਤੁਸੀਂ ਮੀਡੀਆ ਨੂੰ ਜਿਵੇਂ ਇਹਨਾਂ ਨੇ ਕਿਹਾ ਕੰਟਰੋਲ ਕਰ ਰਹੇ ਹੋ, ਤੁਸੀਂ ਕਮਿਊਨੀਕੇਸ਼ਨ ਦੇ ਸਾਰੇ ਔਜ਼ਾਰ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰ ਰਹੇ ਹੋ। ਤੁਸੀਂ ਆਰਥਿਕਤਾ ਦੇ ਨਾਲ ਜੋੜ ਕੇ ਜੀਵਨ ਦੇ ਇਸ ਤਰ੍ਹਾਂ ਦੇ ਰੁਝਾਨ ਪੈਦਾ ਸਮਾਜ ਦੇ ਵਿੱਚ ਕਰ ਦਿੱਤੇ ਗਏ ਕਿ ਲੋਕੀ ਬੋਲਣਾ ਨਹੀਂ ਚਾਹੁੰਦੇ। ਤੁਹਾਨੂੰ ਲੱਗਦਾ ਇਹ ਪੈਟਰਨ ਬਣੇਗਾ? ਮੈਂ ਇਸ ਲਈ ਪੁੱਛ ਰਿਹਾ ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਆਪਾਂ ਇਹ ਡਿਬੇਟ ਕਰ ਰਹੇ ਹਾਂ, YSR ਰੈਡੀ ਦੀ ਤਾਂ ਆਫਟਰ ਆਲ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਥਰੂ ਸਰਕਾਰ ਬਣੀ ਹੈ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਅਸੀਂ ਪ੍ਰੋਟੈਸਟ ਕਰਾਂਗੇ ਇਹਦੀਆਂ ਪਾਲਿਸੀਜ਼ ਦੇ ਖਿਲਾਫ। ਉਹਨਾਂ ਨੇ ਪਿੰਡ ਜਾ ਕੇ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਚੰਦਰਬਾਬੂ ਨਾਇਡੂ, ਉਹਨਾਂ ਦਾ ਬੇਟਾ, ਉਹਨਾਂ ਦੀ ਪਾਰਟੀ ਦੇ ਲੋਕ ਹਾਊਸ ਅਰੈਸਟ ਨੇ, ਅੰਦਰ ਬੰਦ ਨੇ। ਇਸ ਵਿੱਚ ਮੈਂ ਤੁਹਾਨੂੰ ਠੀਕ ਕੋਈ ਗੱਲ ਕਹਿ ਰਿਹਾ ਸੀ। ਅੱਜ ਦੇ ਦੌਰ ਦੇ ਸਟਾਲਿਨ ਦੀ ਲੋੜ ਨਹੀਂ ਗੀ। ਅੱਜ ਦੇ ਦੌਰ ਦੇ ਤੁਸੀਂ ਉਦੋਂ ਤੱਕ ਡਾਈਸੈਂਟ ਦੀ ਵੌਇਸ ਚੁੱਕ ਸਕਦੇ ਹੋ ਜਦੋਂ ਤੱਕ ਤੁਹਾਨੂੰ ਸਟੇਟ ਜਾਂ ਉਹ ਸੱਤਾ 'ਚ ਬੈਠੇ ਲੋਕ ਰਿਕੋਗਨਾਈਜ਼ ਨਹੀਂ ਕਰ ਲੈਂਦੇ। ਜੇ ਮੈਂ ਆਪਦੀ ਪਾਰਟੀ ਦੀ ਗੱਲ ਕਰਾਂ, ਆਪਦੀ ਗੱਲ ਕਰਾਂ, ਤੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜੀ ਅੱਜ ਸਾਡੇ ਖਿਲਾਫ ਸਰਕਾਰ ਨੇ ਕਿਹਾ ਕਿ ਝੂਠ ਬੋਲ ਰਹੇ ਨੇ, ਤੇ ਸਾਨੂੰ ਲੱਗਦਾ ਹੁਣ ਸਾਡੀ ਆਵਾਜ਼ ਦਰਜ ਹੋ ਗਈ। ਸਰਕਾਰ ਇੱਕ ਡਾਈਸੈਂਟ ਨੂੰ ਦਬਾਉਣ ਦਾ ਇਹ ਵੀ ਤਰੀਕਾ ਇਸਤੇਮਾਲ ਕਰਦੀ ਹੈ, ਸਰਕਾਰਾਂ ਜਾਂ ਸੱਤਾ ਜਾਂ ਪਾਵਰਫੁਲ ਲੋਕ, ਕਿ ਤੁਹਾਡੀ ਵੌਇਸ ਨੂੰ ਰਿਕੋਗਨਾਈਜ਼ ਨਹੀਂ ਕਰਦੇ। ਤੇ ਜਿੱਦਣ ਤੁਹਾਡੀ ਵੌਇਸ ਰਿਕੋਗਨਾਈਜ਼ ਕਰਵਾ ਦਿੱਤੀ ਤੁਸੀਂ, ਉਦੋਂ ਤੁਹਾਡੇ ਤੇ ਹਮਲਾ ਹੋਏਗਾ। ਮੀਡੀਆ ਦੇ ਵਿੱਚ ਤੁਹਾਨੂੰ ਨਹੀਂ ਆਉਣ ਦਿੱਤਾ ਜਾਏਗਾ, ਲੋਕਾਂ ਦੇ ਵਿੱਚ ਤੁਹਾਡੀ ਰੈਲੀ ਦਾ ਕੋਈ ਸਪੇਸ ਨਹੀਂ ਹੋਏਗਾ, ਤੁਹਾਨੂੰ ਕਿਤੇ ਹਾਲ ਨਹੀਂ ਮਿਲਣਗੇ, ਤੁਸੀਂ ਗੱਲ ਨਹੀਂ ਕਰ ਸਕੋਗੇ। ਸ਼ਹਿਰਾਂ ਦੇ ਵਿੱਚ ਹੋਰਡਿੰਗ ਲਾ ਕੇ ਤੁਸੀਂ ਆਪਦਾ ਮੈਸੇਜ ਦੇਣਾ ਚਾਹੁੰਦੇ ਹੋ, ਉਹ ਇੱਕ ਤਰਫਾ ਹੋਰਡਿੰਗ ਹੋਣਗੇ ਜਿਹੜਾ ਤੁਹਾਡੇ ਸੂਟ ਕਰਦਾ ਹੋਣਗੇ। ਲਾਰਜਰ ਲੋਕਾਂ ਨੂੰ ਇੰਜ ਸਮਝ ਆਵੇਗਾ। ਸਪੋਜ਼ ਕਰੋ ਅੱਜ ਦੀ ਤਾਰੀਖ ਦੇ ਵਿੱਚ ਜਿਹੜਾ ਵੀ ਵਿਅਕਤੀ ਸੱਤਾ ਵਿੱਚ ਹੈ, ਮੈਂ ਉਸ ਦਾ ਉਪਾਸ਼ਕ ਹਾਂ। ਪ੍ਰਜ਼ਿਊਮ ਕਰੋ ਮੈਂ BJP ਦਾ ਵਰਕਰ ਹਾਂ, ਮੈਨੂੰ ਮੋਦੀ ਜੀ ਬਹੁਤ ਅੱਛੇ ਲੱਗਦੇ ਨੇ, ਜਾਂ ਮੈਂ ਪੰਜਾਬ ਦੇ ਵਿੱਚ ਹਾਂ ਤੇ ਮੈਨੂੰ ਕਾਂਗਰਸ ਦੀ ਸਰਕਾਰ ਬਹੁਤ ਚੰਗੀ ਲੱਗਦੀ ਹੈ ਤੇ ਅਮਰਿੰਦਰ ਸਿੰਘ ਜੀ ਬੜਾ ਅੱਛਾ ਕੰਮ ਕਰ ਰਹੇ ਨੇ। ਮੈਂ ਜਨਤਾ ਵਿੱਚ ਇਸ ਗੱਲ ਨੂੰ ਡਿਫੈਂਡ ਕਰਦਾ। ਅਮਰਿੰਦਰ ਸਿੰਘ ਜੀ ਦਾ ਬਿਆਨ ਛਪਦਾ, ਸੋਨੀਆ ਗਾਂਧੀ ਜੀ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ। ਹੁਣ ਉਹਨਾਂ ਨੇ ਬਿਆਨ ਦਿੱਤਾ ਹੈ, ਉਹ ਕਹਿੰਦੇ ਨੇ ਵੀ ਅਸੀਂ ਜਿਹੜਾ ਮੈਨੀਫੈਸਟੋ ਸੀ ਉਹਦੇ 'ਚ 161 ਪ੍ਰੋਮਿਸਿਸ ਕੀਤੇ ਸੀ, 140 ਉਹਦੇ 'ਚ ਪੂਰੇ ਕਰ ਦਿੱਤੇ ਨੇ, ਬਾਕੀਆਂ ਤੇ ਜ਼ਬਰਦਸਤ ਕੰਮ ਚੱਲ ਰਿਹਾ ਹੈ। MLA ਸਾਰੇ ਬਹੁਤ ਅੱਛਾ ਕੰਮ ਕਰ ਰਹੇ ਨੇ, ਉਹ ਬਿਊਰੋਕ੍ਰੇਸੀ ਨੂੰ ਠੀਕ ਸੇਧ ਦੇ ਰਹੇ ਨੇ, ਬ੍ਰਿਜ ਦਾ ਕੰਮ ਕਰ ਰਹੇ ਨੇ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ, ਸਭ ਕੋਈ ਅੱਛਾ ਕੰਮ ਕਰ ਰਿਹਾ, ਬਹੁਤ ਕਮਾਲ ਦੀ ਸਰਕਾਰ ਚੱਲ ਰਹੀ ਹੈ। ਇਹ ਜਿਹੜਾ ਕਾਂਗਰਸ ਦਾ MLA ਹੋਵੇਗਾ ਅੱਜ ਦੀ ਤਾਰੀਖ ਦੇ ਵਿੱਚ, ਜਿਹੜਾ ਵਿਚਾਰਾ ਰੋ ਪਿੱਟ ਰਹਿ ਕੇ ਉਹ ਮਹਾਰਾਜਾ ਸਾਹਿਬ ਕੁਝ ਕਰੋ, ਕੋਈ ਚੱਜ ਦੀ ਸਰਕਾਰ ਚਲਾ ਲਓ, ਭਾਈ ਸਾਡੀ ਤੇ ਦਿਲ ਹੈ ਨਾ, ਅਸੀਂ ਤਾਂ ਦੁਬਾਰਾ ਜਿੱਤ ਕੇ ਆਣਾ ਹੈ। ਹੁਣ ਉਹਦੀ ਕੀ ਹੈਸੀਅਤ ਰਹਿ ਜਾਵੇਗੀ? ਜੇ ਅੱਜ ਉਹ ਬੋਲੇਗਾ ਉਹ ਡਾਈਸੈਂਟਰ ਹੈ ਤਾਂ ਉਹ ਪਾਰਟੀ ਵਿਰੋਧੀ ਕਾਰਵਾਈ ਹੈ। ਪਾਰਟੀ ਦਾ ਐਕਚੁਅਲੀ ਸਟਰੈਂਥਨ ਹੋਏਗੀ ਮੇਰੇ ਖਿਆਲ 'ਚ ਜੇ ਉਹ ਬੋਲੇਗਾ। ਇਸ ਵਿੱਚ ਦੋ ਗੱਲਾਂ ਮੈਂ ਕਹਿਣਾ ਚਾਹੁੰਦਾ। ਸਿੰਪਲੀ ਇਹ ਕਹਿ ਦੇਣਾ ਕਿ ਉਹ ਵਿਚਾਰਾ MLA ਜਾਂ ਬੇਚਾਰਾ ਰਾਜੀਵ, ਬੇਚਾਰਾ SP ਸਿੰਘ, ਬੇਚਾਰੇ ਸੁੱਚਾ ਸਿੰਘ ਜੀ, ਇਹ ਕਾਫੀ ਨਹੀਂਗਾ। ਇੱਕ ਡਿਬੇਟ ਪਿਛਲੇ ਦਿਨ ਚੱਲੀ ਕਿ ਵਿਧਾਨ ਸਭਾ ਦਾ ਜਿਹੜਾ ਪੰਜਾਬ ਦਾ ਸੈਸ਼ਨ ਹੈ ਉਹ ਕਿੰਨੇ ਦਿਨ ਸਾਲ 'ਚ ਹੁੰਦਾ ਸੀ ਤੇ ਹੁਣ ਕਿੰਨੇ ਦਿਨ ਹੋਣ ਲੱਗ ਪਿਆ, 10-12 ਦਿਨ ਮੁਸ਼ਕਿਲ। ਅਸੀਂ ਹੁਣ ਰਸਮ ਅਦਾਇਗੀ ਕਰ ਰਹੇ ਹਾਂ। MLA ਸਵਾਲ ਪੁੱਛਦੇ ਨੇ ਆਪਦੇ ਏਰੀਆ ਦੇ, ਸਵਾਲ ਲੈ ਨਹੀਂ ਜਾਂਦੇ ਕਿਉਂਕਿ ਟਾਈਮ ਨਹੀਂ। ਪਰ ਕਦੇ MLAs ਨੇ ਕਦੇ ਇਹਦੇ ਖਿਲਾਫ ਸਾਮੂਹਿਕ ਆਵਾਜ਼ ਉਠਾਈ? ਇਹ ਜਿਹੜਾ ਹੈ ਨਾ ਕਿ ਮੈਂ ਜੇ ਆਵਾਜ਼ ਉਠਾਵਾਂਗਾ ਤੇ ਮੇਰੀ ਉਂਗਲੀ ਤੇ ਖਰੋਂਚ ਆ ਜਾਏਗੀ, ਇਹ ਜਿਹੜਾ ਸੈਂਸ ਅਸੀਂ ਬਣਾ ਲਿਆ
ਜੇ ਤੁਸੀਂ ਸਾਰਵਜਨਿਕ ਜੀਵਨ ਦੇ ਵਿੱਚ ਹੋ, ਫਿਰ ਕਿਉਂ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਤੁਹਾਨੂੰ ਖਤਰੇ ਮੁੱਲ ਲੈਣੇ ਪੈਣੇ ਨੇ। ਮੈਂ ਆਪਾਤਕਾਲ ਦੀ ਐਮਰਜੈਂਸੀ ਦੀ ਗੱਲ ਕਰਨਾ ਖਤਰਾ ਮੁੱਲ ਨਹੀਂ ਲੈ ਰਹੇ, ਪ੍ਰਾਈਸ ਪੇ ਨਹੀਂ ਕਰ ਰਹੀ, ਔਰ ਪੋਲੀਟੀਕਲ ਆਪੋਜੀਸ਼ਨ ਵੀ ਪ੍ਰਾਈਸ ਪੇ ਨਹੀਂ ਕਰ ਰਹੀ। ਮੈਂ ਤੁਹਾਨੂੰ ਐਮਰਜੈਂਸੀ ਦੀ ਗੱਲ ਕਰਨਾ ਚਾਹਨਾ। ਅਚਾਨਕ ਅਸੀਂ ਕਹਿੰਦੇ ਆ ਜੀ ਦੇਖੋ ਐਮਰਜੈਂਸੀ ਲਾਤੀ ਸੀ ਇਹ ਸਰਕਾਰ ਨੇ, ਕਈ ਲੋਕ ਕਹਿੰਦੇ ਨੇ ਇਹਨੇ ਉਹ ਤਾਂ ਨਹੀਂ ਲਾਈ ਨਾ। ਵੀ ਮੈਂ ਕਹਿੰਦਾ ਵੀ ਜਿਵੇਂ ਐਮਰਜੈਂਸੀ ਦੌਰ ਦੇ ਵਿੱਚ ਜਿਹੜਾ ਡਾਇਸੈਂਟ ਸੀ, ਖਤਰੇ ਲੈ ਕੇ ਆਵਾਜ਼ ਉਠਾਈ ਜਾ ਰਹੀ ਸੀ, ਕਿ ਅੱਜ ਉਹ ਆਵਾਜ਼ ਉੱਠ ਰਹੀ ਹੈ? ਉਹ ਆਵਾਜ਼ ਨਹੀਂ ਉੱਠ ਰਹੀ ਹੈ। ਦੂਜੇ ਪਾਸੇ ਪਾਣੀ ਦਾ ਇਸ਼ੂ ਹੈ। ਪਾਣੀ ਦੇ ਇਸ਼ੂ ਦੇ ਵਿੱਚ ਤੁਸੀਂ ਪੰਜਾਬ ਹਰਿਆਣਾ ਦੇ ਵਿੱਚ ਕੋਈ ਡਿਬੇਟ ਸੁਣ ਲਓ, ਕਿਸ ਤਰ੍ਹਾਂ ਡਿਬੇਟ ਹੋਏਗੀ? ਪੰਜਾਬ ਦੇ ਵਿੱਚ ਕੋਈ ਦੂਜੀ ਵੌਇਸ ਉੱਠਦੀ ਹੈ? ਇੱਕੋ ਹੀ ਤਰ੍ਹਾਂ ਦੀ ਵੌਇਸ ਹੈ ਨਾ ਕੰਪਲੀਟਲੀ। ਹਰਿਆਣਾ ਦੇ ਵਿੱਚ ਵੀ ਇੱਕੋ ਤਰ੍ਹਾਂ ਦੀ ਹੈ। ਅਸੀਂ ਸਾਊਥ ਹਰਿਆਣਾ ਦੇ ਵਿੱਚ ਜਾ ਕੇ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਊਥ ਹਰਿਆਣਾ ਦੇ ਵਿੱਚ ਸੀ, ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ, ਪ੍ਰੈਸ ਕਾਨਫਰੰਸਿਸ ਕੀਤੀ। ਅਸੀਂ ਉੱਥੇ ਕਿਹਾ ਵੀ ਜਿਹੜਾ ਹਰਿਆਣੇ ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਪਾਣੀ ਮਿਲਣਾ ਚਾਹੀਦਾ ਹੈ, ਹਰਿਆਣੇ ਦੀ ਜ਼ਰੂਰਤ ਹੈ, ਹਰਿਆਣੇ ਨੂੰ ਚਾਹੀਦਾ ਹੈ ਕਿ ਉਸ ਤੋਂ ਥੱਲੇ ਆ ਕੇ ਪੰਜਾਬ ਨਾਲ ਗੱਲਬਾਤ ਕਰਕੇ ਇਹਨੂੰ ਨਿਬੇੜ ਲਵੇ। ਜਿੰਨਾ ਵੀ ਆ ਸਕਦਾ ਉਹਨਾਂ ਆਵੇ ਤਾਂ ਸਹੀ। ਇਹ ਗੱਲ ਕਹਿਣ ਦੀ ਹਿੰਮਤ ਜੇ ਤੁਸੀਂ ਜੁਟਾਉਂਦੇ ਹੋ, ਮੈਂ ਹਿੰਮਤ ਇੱਕ ਮਿੰਟ ਸਰ, ਜੇ ਤੁਸੀਂ ਤਾਂ ਮਤਲਬ ਕੋਈ ਵੀ ਪੋਲੀਟੀਕਲ ਜਾਂ ਸਾਰਵਜਨਿਕ ਜੀਵਨ ਦੇ ਵਿੱਚ ਗੱਲ ਕਰਨ ਵਾਲੇ ਬੰਦੇ ਨੇ, ਇਹ ਜਿਹੜਾ ਹੋ ਗਿਆ ਨਾ, ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਡਾਇਸੈਂਟ ਦੇ ਚੋਟ ਹੈ, ਇਹਨੂੰ ਅਸੀਂ ਆਪਦਾ ਡਿਫੈਂਸ ਤਾਂ ਕਿਤੇ ਨਹੀਂ ਬਣਾ ਰਹੇ, ਇਸ ਕਰਕੇ ਅਸੀਂ ਬੋਲਣ ਤੋਂ ਬਚ ਰਹੇ ਹਾਂ। ਪਹਿਲਾਂ ਸਾਨੂੰ ਬੋਲਣਾ ਪਏਗਾ, ਉਹ ਖਤਰੇ ਉਠਾਣੇ ਪੈਣੇ। ਐਸਪੀ ਇਹਦੇ ਚ ਨਾ ਇੱਕ ਹੋਰ ਐਲੀਮੈਂਟ ਹੈ ਕਿ ਜੇ ਮੈਨੂੰ ਕਿਹਾ ਜਾਂਦਾ ਤੁਸੀਂ ਆਪਣੀਆਂ ਪ੍ਰਾਪਤੀਆਂ ਬਾਰੇ ਦੱਸੋ, ਤਾਂ ਮੇਰਾ ਸਬਜੈਕਟਿਵ ਵਿਊ ਹੋਏਗਾ ਜੀ। ਮੇਰੀਆਂ ਪ੍ਰਾਪਤੀਆਂ ਬਾਰੇ ਜੇ ਤੁਸੀਂ ਗੱਲ ਕਰੋ, ਥਰਡ ਪਾਰਟੀ ਜਿਹੜਾ ਮੈਨੂੰ ਜਾਣਦਾ ਨਹੀਂ, ਉਹ ਬੈਟਰ ਦੇ ਸਕਦਾ। ਇਹ ਅਮਰਿੰਦਰ ਸਿੰਘ ਜੀ ਨੇ ਸੋਨੀਆ ਗਾਂਧੀ ਨੂੰ ਆਪਣੀਆਂ ਪ੍ਰਾਪਤੀਆਂ ਨਹੀਂ, ਮੇਰਾ ਮਤਲਬ ਇਹ ਹੈ ਕਿ ਕੋਈ ਵਿਰੋਧੀ ਬੋਲੇ, ਕੋਈ ਕਾਂਗਰਸੀ ਬੋਲੇਗਾ, ਜਿੰਨਾ ਬੋਲੇਗਾ, ਪਰ ਸੈਂਟਰ 'ਚ ਨਹੀਂ ਬੋਲਦਾ। ਇਹਦੇ 'ਚ ਇੰਪੋਰਟੈਂਟ ਗੱਲ ਇਹ ਆ ਕਿ ਪੰਜਾਬ ਦੇ ਬੁੱਧੀਜੀਵੀ, ਪੰਜਾਬ ਦੇ ਪੱਤਰਕਾਰ ਜੇ ਆਪਣੀ ਅਸੈਸਮੈਂਟ ਦੇਣ, ਮੈਂ ਪੱਤਰਕਾਰ ਬਾਰੇ ਤਾਂ ਕਰਦੇ ਆਂ ਗੱਲ ਅਗਲੇ ਸੈਗਮੈਂਟ 'ਚ, ਜ਼ਿਆਦਾ ਖੁੱਲ ਕੇ ਕਰ ਲੈਣੀ ਚਾਹੀਦੀ, ਇਹ ਜ਼ਿਆਦਾ ਠੀਕ ਹੋਏਗਾ। ਲੇਕਿਨ ਜਿਹੜੀ ਫਸਟ ਪਰਸਨ ਜਿਹੜਾ ਆਪਣੇ ਆਪ ਬਾਰੇ ਗੱਲ ਕਰ ਰਿਹਾ, ਉਹ ਸੈਲਫ ਪ੍ਰੇਜ਼ ਹੁੰਦੀ ਆ। ਮੈਂ ਸਿੰਗਲ ਇੱਕ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਬ੍ਰਿਜ ਦਾ ਕੰਮ ਕਰ ਰਹੇ, ਇਹ ਸਭ ਤਾਂ ਹੋ ਗਿਆ, ਪਰ ਉਹਨਾਂ ਨੇ ਇਹ ਲਿਖ ਕੇ ਕਹਿ ਦੇਣ ਕਿ ਆ ਸਾਡੇ ਵਾਅਦੇ ਸੀ, ਆ ਪੂਰਾ ਹੋ ਗਿਆ, ਸਾਡੇ ਆંકੜੇ ਨੇ। ਇੱਕ ਥਾਂ ਆંકੜੇ ਉਪਲਬਧ ਹੋਣ, ਅੱਜ ਅਖਬਾਰਾਂ ਦੇ ਵਿੱਚ ਉਹ ਆંકੜੇ ਛਪੇ ਹੁੰਦੇ, ਅਸੀਂ ਇਹ ਵੀ ਮੰਗ ਨਹੀਂ ਕਰ ਰਹੇ ਹਾਂ। ਨਹੀਂ, ਤੁਹਾਨੂੰ ਪਤਾ ਨਹੀਂ ਲੱਗਾ, ਕਾਂਗਰਸੀਆਂ ਨੂੰ ਵੀ ਪਤਾ ਨਹੀਂ ਲੱਗਾ, ਉਹਨਾਂ ਨੇ ਸਗੋਂ ਵਧਾਈ ਦੇ ਬਿਆਨ ਵੀ ਨਹੀਂ ਦਿੱਤੇ। ਮੈਨੂੰ ਤਾਂ ਇਹ ਗੱਲ ਦਾ ਅਫਸੋਸ ਹੈ, ਇੰਨੇ ਐਮਐਲਏ ਹੋਣ ਕਾਂਗਰਸ ਪਾਰਟੀ ਦੇ, 50,000 ਕਰੋੜ ਦੀ ਇਨਵੈਸਟਮੈਂਟ ਪੰਜਾਬ 'ਚ ਆ ਗਈ ਹੈ, ਸੋਨੀਆ ਗਾਂਧੀ ਜੀ ਨੂੰ ਦੱਸ ਦਿੱਤਾ, ਆਪਣੇ ਐਮਐਲਏ ਨੂੰ ਦੱਸਦੇ, ਕੋਈ ਵਧਾਈ ਦੇ ਬਿਆਨ ਛਪਦੇ। ਸਰ ਉਹ ਇਨਵੈਸਟਮੈਂਟ ਨੇ ਹਰਿਆਣਾ ਸਰਕਾਰ ਦਾ ਹੀ ਮੈਂ ਵੇਖ ਰਿਹਾ, ਰੋਜ਼ ਵਿਗਿਆਪਨ ਛਪਦੇ ਨੇ, ਅੱਛਾ ਪਿਆ ਇਨਵੈਸਟਮੈਂਟ ਦੇ ਉੱਤੇ। ਨਹੀਂ, ਅਮਰਿੰਦਰ ਸਿੰਘ ਜੀ ਨਾਲ ਧੱਕਾ ਕਰ ਰਹੇ ਨੇ ਐਮਐਲਏਸ, ਇੰਨੇ ਅੱਛੇ 140 ਪ੍ਰੋਮਿਸ ਪੂਰੇ ਹੋ ਗਏ ਨੇ 161 ਦੇ ਵਿੱਚੋਂ, ਤੇ ਕੋਈ ਘੱਟ ਤੋਂ ਘੱਟ 161 140 ਤਾਂ ਖਬਰਾਂ ਛਾਪੋ ਯਾਰ। ਐਸਪੀ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ, ਪੰਜਾਬ ਦਾ ਤੁਸੀਂ ਦੱਸਿਆ, ਮੈਂ ਹਰਿਆਣਾ ਦੱਸ ਰਿਹਾ। ਪਿਛਲੇ ਕਈ ਦਿਨਾਂ ਤੋਂ ਹਰਿਆਣਾ ਸਰਕਾਰ ਚੋਣ ਸਿਰ ਤੇ ਲਗਾਤਾਰ ਪੂਰੇ ਪੇਜ, ਪੂਰੀ ਬੁਕਲੇਟ ਛਾਪ ਰਹੀ। ਦੈਨਿਕ ਟ੍ਰਿਬਿਊਨ ਦੇ 6 ਪੇਜ ਦਾ ਬੁਕਲੇਟ ਛਪਿਆ। ਰੋਜ਼ਗਾਰ ਦੇ ਵਿੱਚ ਸਭ ਤੋਂ ਉੱਤੇ ਆ ਅਸੀਂ। CMI ਸੈਂਟਰ ਫਾਰ ਮੋਨੀਟਰਿੰਗ ਆਫ ਇੰਡੀਅਨ ਇਕਨੋਮੀ ਦੇ ਸਰਵੇ ਦੇ ਮੁਤਾਬਿਕ 28% ਤੋਂ ਉੱਤੇ ਬੇਰੋਜ਼ਗਾਰੀ ਹਰਿਆਣੇ ਦੇ ਵਿੱਚ ਨੰਬਰ 1 ਤੇ ਹੈ। 28%। ਬਾਕੀ ਦੇਸ਼ ਦੇ ਵਿੱਚ 8% ਕੁਛ ਹੈ ਉਹਦੇ ਮੁਤਾਬਿਕ। 28% ਦੇ ਨੇੜੇ ਰੈਵੋਲੂਸ਼ਨ ਦੇ ਖਤਰੇ ਪੈਦਾ ਹੋ ਜਾਂਦੇ ਨੇ। 28% ਇਹ ਆંકੜੇ ਨੇ, ਬਗਾਵਤਾਂ ਹੋ ਸਕਦੀਆਂ ਨੇ। ਸਰ ਨੰਬਰ 1 ਤੇ ਹਰਿਆਣਾ, ਤੇ ਸਰਕਾਰ ਕਹਿ ਰਹੀ ਸੀ ਰੋਜ਼ਗਾਰ ਦੇ ਰਹੇ ਹਾਂ। ਮਤਲਬ ਓਲਾ ਉਬਰ ਦੇ ਵਿੱਚ ਲੋਕਾਂ ਨੂੰ ਕੰਮ ਲੈ ਲਿਆ, ਤੇ ਸਰਕਾਰ ਕਹਿ ਰਹੀ ਸੀ ਰੋਜ਼ਗਾਰ ਦੇ ਰਹੇ ਹਾਂ। ਇਹ ਮੈਕਸਿਮਮ ਜਿਹੜੀਆਂ ਰੋਜ਼ਗਾਰ ਫੈਕਟਰੀਆਂ ਬੰਦ ਹੋਈਆਂ ਹਰਿਆਣੇ 'ਚ ਨੇ। ਵਿਧਾਨ ਸਭਾ ਦੇ ਵਿੱਚ ਇੱਕ ਜਵਾਬ ਸਰਕਾਰ ਦਾ, ਲੋਕ ਸਭਾ ਦੇ ਵਿੱਚ ਦੂਜਾ ਜਵਾਬ। 6.5 ਲੱਖ ਕਹਿੰਦੇ ਇੰਪਲੋਇਮੈਂਟ ਐਕਸਚੇਂਜ ਦੇ ਵਿੱਚ ਦਰਜ ਨੇ ਨਾ, ਵਿਧਾਨ ਸਭਾ 'ਚ ਜਵਾਬ ਹੈ ਫਰਵਰੀ ਦਾ। ਲੋਕ ਸਭਾ ਦੇ ਵਿੱਚ 11.5 ਲੱਖ, ਇੰਪਲੋਇਮੈਂਟ ਐਕਸਚੇਂਜ ਦੇ RTI के लिए 15 लाख 15 जिले ਚ। दूसरा बयान फिर क्यों नहीं, फिर सामने क्यों नहीं, सरकार ਦੇ ਅੰਦਰੋਂ ਕਿਉਂ ਨਹੀਂ ਹੈ, ਵਿਰੋਧੀ ਪਾਰਟੀ ਦਾ ਕਿਉਂ ਨਹੀਂ, ਉਹਨਾਂ ਨੂੰ ਜਗ੍ਹਾ ਕਿਉਂ ਨਹੀਂ ਮਿਲ ਰਹੀ, ਲੋਕ ਗੱਲ ਕਿਉਂ ਨਹੀਂ ਸੁਣ ਰਹੇ, ਪਿੰਡ ਦੇ ਵਿੱਚ ਬਰਾਬਰ ਦੇ ਦੋ ਬਿਆਨੀ ਆਪਸ ਵਿੱਚ ਭੇੜ ਕਿਉਂ ਨਹੀਂ ਰਹੇ, ਤਾਂ ਕਿ ਲੋਕ ਰੋਜ਼ ਜ਼ਿਆਦਾ ਇਨਫਾਰਮਡ ਹੋਣ। ਅੱਛਾ ਇਹ ਬੰਦਾ ਇਹ ਕਹਿ ਰਿਹਾ, ਇਹ ਕਹਿ ਰਿਹਾ, ਇਹ ਫਲਾਣਾ ਡਾਟਾ ਕੋਡ ਕਰ ਰਿਹਾ, ਇਹ ਫਲਾਣਾ ਡਾਟਾ ਕੋਡ ਕਰ ਰਿਹਾ, ਮੈਂ ਰੋਜ਼ ਐਜੂਕੇਟ ਹੋਵਾਂਗਾ, ਨਾਗਰਿਕ ਤਾਂ ਇਦਾਂ ਹੀ ਐਜੂਕੇਟ ਹੋਏਗਾ। ਮੈਂ ਤਾਂ ਇੱਕ ਹੋਰ ਗੱਲ ਕਹਿਣਾ, ਬਿਆਨੀਆਂ ਹੀ ਇੱਕ ਆਵੇਗਾ, ਦੂਜਾ ਸੁਣਾਈ ਨਹੀਂ ਦੇਵੇਗਾ। ਸਰ ਮੈਂ ਤਾਂ ਇਸ ਤੋਂ ਵੀ ਛੋਟੀ ਗੱਲ ਕਹਿ ਰਿਹਾ ਜੀ। ਮੈਂ ਕਹਿੰਦਾ RTI ਹੈ, ਸੋ ਮੋਟੋ ਸਰਕਾਰਾਂ ਨੇ ਆਪਦੇ ਡਿਪਾਰਟਮੈਂਟ ਦੇ ਆંકੜੇ ਪੇਸ਼ ਕਰਨੇ ਨੇ। ਸਰਕਾਰਾਂ ਉਹਨੇ ਆંકੜੇ ਸੋ ਮੋਟੋ ਪੇਸ਼ ਕਰ ਦੇਣ ਜਿਹੜੇ ਇਹਨਾਂ ਨੇ ਕੈਪਟਨ ਸਾਹਿਬ ਨੇ ਰੱਖ ਦੇਣ, ਤੇ ਸੁੱਚਾ ਸਿੰਘ ਜੀ ਕੋਲ ਵੀ ਹੋਣਗੇ, ਮੇਰੇ ਕੋਲ ਵੀ ਹੋਣਗੇ, ਤੁਹਾਡੇ ਕੋਲ ਵੀ ਹੋਣਗੇ, ਲੋਕਾਂ ਕੋਲ ਵੀ ਹੋਣਗੇ। ਹਾਲੇ ਤਾਂ ਇੰਨੀ ਵੀ ਗੱਲ ਨਹੀਂ ਹੋ ਰਹੀ। ਦੈਟਸ ਦ ਪ੍ਰੋਬਲਮ। ਬ੍ਰੇਕ ਲਈ ਰੁਕਣਾ ਪਾ ਰਿਹਾ, ਪਰ ਮੈਂ ਰਾਜਨੀਤਿਕ ਪੱਖ ਤੇ ਆਵਾਂਗਾ, ਕਿਉਂਕਿ ਮੈਂ ਸਿਰਫ ਇਹ ਪੁੱਛਣਾ ਚਾਹਨਾ ਕਿ ਸਵਾਮੀ ਅਗਨੀਵੇਸ਼ ਜੀ ਨੇ ਅਖਬਾਰ ਦੇ ਵਿੱਚ ਲੇਖ ਰੱਖ ਕੇ ਇੱਕ ਸਵਾਲ ਪੁੱਛਿਆ। ਇਹ ਬੜਾ ਅੱਛਾ ਸਵਾਲ ਹੈ। ਇਹ ਫਿਟ ਇੰਡੀਆ ਬਾਰੇ ਸਵਾਲ ਹੈ। ਫਿਟ ਇੰਡੀਆ ਮੋਦੀ ਜੀ ਦਾ ਸੁਪਨਾ ਹੈ, ਕਲੀਨ ਇੰਡੀਆ ਜਿਸ ਤਰ੍ਹਾਂ ਉਹਨਾਂ ਦਾ ਸੁਪਨਾ ਹੈ, ਤੇ ਸਵਾਮੀ ਅਗਨੀਵੇਸ਼ ਜੀ ਨੂੰ ਇਹ ਵਧੀਆ ਵੀ ਲੱਗਾ, ਪਰ ਉਹਨਾਂ ਨੇ ਇੱਕ ਸਵਾਲ ਪੁੱਛਿਆ। ਉਸ ਸਵਾਲ ਦਾ ਜਵਾਬ ਜੇ A ਹੋਵੇ ਤਾਂ ਕੀ BJP ਦੇ ਲੋਕ ਨਾਰਾਜ਼ ਹੋ ਜਾਣਗੇ, ਜੇ B ਹੋਵੇ ਤਾਂ ਕੀ ਉਹ ਖੁਸ਼ ਹੋ ਜਾਣਗੇ, ਤੇ ਕਿਸ ਤਰ੍ਹਾਂ ਨਾਪਿਆ ਜਾਵੇ ਕਿ ਡੈਸੈਂਟ ਦੀ ਕਿੰਨੀ ਜਗ੍ਹਾ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ
ਸਰਕਾਰ ਦੇ ਵਿੱਚ ਬੈਠੇ ਲੋਕ ਸਵਾਲ ਪੁੱਛ ਸਕਦੇ ਨੇ ਜਾਂ ਨਹੀਂ ਪੁੱਛ ਸਕਦੇ। ਵਿਰੋਧੀ ਜੇ ਸਵਾਲ ਪੁੱਛਦੇ ਨੇ ਤਾਂ ਉਹ ਤੁਹਾਡੇ ਤੱਕ ਗੱਲ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਤੇ ਜੇ ਕੇਵਲ ਇੱਕ ਧਿਰ ਦੀ ਹੀ ਗੱਲ ਲਗਾਤਾਰ ਸੁਣਾਈ ਦਿੰਦੀ ਰਹੇ ਤਾਂ ਫਿਰ ਅਸੀਂ ਕਿਹੋ ਜਿਹਾ ਮੁਲਕ, ਕਿਹੋ ਜਿਹੇ ਲੋਕ ਬਣ ਜਾਵਾਂਗੇ। ਡਾਕਟਰ ਸੁੱਚਾ ਸਿੰਘ ਗਿੱਲ ਜੀ, ਵੈਸੇ ਮੈਨੂੰ ਲੱਗਦਾ ਜੇ ਇੱਕ ਧਿਰ ਦੀ ਗੱਲ ਸੁਣਾਈ ਦਿੰਦੀ ਰਹੇ ਤੇ ਇੱਕ ਸਾਰਾ ਨੇਸ਼ਨ ਹੋ ਜਾਏਗਾ। ਆਸਤਾ ਆਸਤਾ ਇੱਕ ਦਿਨ ਆਵੇਗਾ ਕਿ ਸਾਨੂੰ ਇੱਕੋ ਜਿਹੀਆਂ ਚੀਜ਼ਾਂ ਚੰਗੀਆਂ ਲੱਗਣਗੀਆਂ, ਇੱਕੋ ਜਿਹਾ ਅਸੀਂ ਖਾਣਾ ਖਾਵਾਂਗੇ, ਇੱਕੋ ਜਿਹੇ ਕੱਪੜੇ ਪਾਵਾਂਗੇ, ਇੱਕੋ ਜਿਹੀਆਂ ਫਿਲਮਾਂ ਦੇਖਾਂਗੇ, ਇੱਕੋ ਜਿਹੇ ਗਾਣਾ ਗਾਵਾਂਗੇ। ਇਹ ਪਤਾ ਨਹੀਂ ਕਿਹੋ ਜਿਹਾ ਦੇਸ਼ ਹੋ ਜਾਵਾਂਗੇ, ਬੜਾ ਬੋਰਿੰਗ ਹੋ ਜਾਵਾਂਗੇ। ਸਵਾਮੀ ਅਗਨੀਵੇਸ਼ ਜੀ ਦੀ ਮੈਂ ਗੱਲ ਕਰ ਰਿਹਾ ਸੀ ਪਿਛਲੀ ਬ੍ਰੇਕ ਦੇ ਵਿੱਚ। ਉਹਨਾਂ ਨੇ ਕਿਹਾ ਕਿ ਫਿਟ ਇੰਡੀਆ ਬੜਾ ਅੱਛਾ ਪ੍ਰੋਗਰਾਮ ਹੈ ਮੋਦੀ ਜੀ, ਪਰ ਜੇ ਸਾਰੇ ਇੰਡੀਆ ਨੇ ਫਿਟ ਰਹਿਣਾ ਹੈ ਤੇ ਫਿਰ ਜਿਹੜਾ ਫਿਟ ਹੁੰਦਾ ਨਾ, ਫਿਟ ਮਜ਼ਬੂਤ, ਤਕੜਾ, ਸਿਹਤਮੰਦ, ਸਿਹਤਯਾਬ, ਉਹਦੀ ਇੱਕ ਕੁਆਲਿਟੀ ਹੁੰਦੀ ਹੈ ਕਿ ਫਿਟ ਆਦਮੀ ਦੇ ਵਿੱਚ ਫਿਟ ਦਿਮਾਗ ਵੀ ਹੁੰਦਾ, ਪ੍ਰੋਬਿੰਗ ਮਾਈਂਡ ਹੁੰਦਾ, ਸਵਾਲ ਪੁੱਛਣ ਵਾਲਾ ਹੁੰਦਾ ਹੈ। ਤੇ ਫਿਟ ਇੰਡੀਆ ਪੁੱਛੇਗਾ ਕਿ ਫਿਟ ਇੰਡੀਆ 'ਚ ਕਸ਼ਮੀਰ ਹੈਗਾ ਕਿ ਨਹੀਂ, ਤੇ ਕਸ਼ਮੀਰ ਨੇ ਫਿਟ ਰਹਿਣਾ ਕਿ ਨਹੀਂ, ਤੇ ਜਿਹੜੇ 40 ਦਿਨਾਂ ਤੋਂ ਘਰਾਂ 'ਚ ਬੰਦ ਨੇ ਉਹਨਾਂ ਦੀ ਫਿਟਨੈਸ ਬਾਰੇ ਤੁਸੀਂ ਕੀ ਕਰ ਰਹੇ ਹੋ। ਤੇ ਜੇ ਕੋਈ ਇਹ ਸਵਾਲ ਪੁੱਛੇਗਾ ਤੇ ਬੀਜੇਪੀ ਦਾ ਵਰਕਰ ਕੀ ਇਹ ਕਹੇਗਾ, ਆਹ ਇਹ ਬਹੁਤ ਸਹੀ ਸਵਾਲ ਪੁੱਛਿਆ, ਕਈ ਲੱਖ ਲੋਕ ਘਰਾਂ 'ਚ ਬੰਦ ਨੇ, ਉਹਨਾਂ ਦੀ ਫਿਟਨੈਸ ਬਾਰੇ ਕੀ ਕੀਤਾ ਜਾ ਰਿਹਾ, ਬੜਾ ਅੱਛਾ ਸਵਾਲ ਪੁੱਛਿਆ। ਕਿ ਉਹ ਕਹੇਗਾ ਇਹ ਮੈਨੂੰ ਦੇਸ਼ ਧਰੋਹੀ ਲੱਗਦਾ, ਮੋਦੀ ਜੀ ਪਾਕਿਸਤਾਨ ਤੋਂ ਕਸ਼ਮੀਰ ਨੂੰ ਬਚਾ ਰਹੇ ਨੇ, ਇਹ ਦੇਸ਼ ਧਰੋਹੀ ਹੈ ਕੰਬਖਤ, ਇਹ ਕਿਦਾਂ ਦਾ ਸਵਾਲ ਪੁੱਛ ਰਿਹਾ। ਇਹ ਸ਼ੁੱਕਰਵਾਰ ਦੀ ਅਖਬਾਰ 'ਚ ਉਹਨਾਂ ਨੇ ਆਰਟੀਕਲ ਲਿਖ ਕੇ, ਜਿਹੜਾ ਇਹ ਸਵਾਲ ਹੈ ਨਾ, ਬੰਦੇ ਨੂੰ ਤੰਦਰੁਸਤ ਉਦੋਂ ਮੰਨਦੇ ਆ ਕਿ ਸਿਰਫ ਉਹਦੇ 'ਚ ਬਿਮਾਰੀ ਦੀ ਐਬਸੈਂਸ ਨਹੀਂ ਹੈ, ਉਹ ਫਿਜ਼ੀਕਲੀ ਫਿਟ ਨਹੀਂ ਹੈ, ਉਹ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੈ। ਫਿਜ਼ੀਕਲੀ ਐਂਡ ਮੈਂਟਲੀ ਫਿਟ ਬੰਦਾ ਜਿਹੜਾ, ਉਹਨੂੰ ਹੀ ਤੰਦਰੁਸਤ ਮੰਨਦੇ ਆ ਜੀ। ਤੇ ਜੇ ਅਸੀਂ ਬੰਦੇ ਨੂੰ ਫਿਜ਼ੀਕਲੀ ਤਗੜਾ ਕਰਤਾ ਤੇ ਮਾਨਸਿਕ ਤੌਰ ਤੇ ਉਹਨੂੰ ਮਤਲਬ ਬੌਣਾ ਰੱਖਿਆ ਤਾਂ ਮੰਦਬੁੱਧੀ ਹੋਏਗਾ ਨਾ। ਸੋ ਜੇ ਅਸੀਂ ਇੱਕ ਹਿੱਸੇ ਨੂੰ ਮੰਦਬੁੱਧੀ ਬਣਾ ਰਹੇ ਹਾਂ, ਉਹਨੂੰ ਸੋਚਣ ਨਹੀਂ ਦੇ ਰਹੇ, ਉਹਨੂੰ ਬੋਲਣ ਨਹੀਂ ਦੇ ਰਹੇ, ਤੇ ਤੰਦਰੁਸਤ ਕਿਵੇਂ ਬਣੇਗਾ ਬੰਦਾ। ਇਹ ਸਵਾਲ ਇਹਨਾਂ ਦਾ ਬਿਲਕੁਲ ਵਾਜਬ ਹੈ। ਲੇਕਿਨ ਜਿਹੜੀ ਤੁਹਾਡੀ ਸਮਾਜ ਹੈ, ਜਿਹੜਾ ਸਮਾਜ ਹੈ, ਉਹ ਨਾ ਤਾਂ ਹੈਲਦੀ ਬਣਦਾ ਤੇ ਨਾ ਹੀ ਇਕਨੋਮੀ ਗਰੋ ਕਰਦੀ ਹੈ। ਯਾਰ ਇੱਕ ਵਾਰੀ ਵਿਕਰਮ ਤੋਂ ਫੋਟੋਆਂ ਵਾਪਸ ਆ ਲੈਣ ਤਾਂ ਜਿਸ ਦਿਨ ਆ ਗਈਆਂ ਚਟਾਕੀ ਕੋ ਪਾਣੀ ਲੱਪਿਆ, ਇੱਥੇ ਗੱਲ ਨਹੀਂ ਸੁਣਨੀ ਕਿਸੇ ਨੇ। ਕੋਈ ਗੱਲ ਨਹੀਂ, ਆ ਜਾਣ ਚੰਗੀ ਗੱਲ ਹੈ, ਵੀ ਵਿਲ ਵੈਲਕਮ ਕਰਾਂਗੇ। ਲੇਕਿਨ ਜਿਹੜੀ ਸਕਸੈਸ ਹੈ ਅਲਟੀਮੇਟਲੀ, ਜੇ ਅਸੀਂ ਬਲੀਵ ਕਰੀ ਜਾਂਦੇ ਵੀ ਚੰਦ ਮਾਮਾ ਹੈ ਤੇ ਉਹ ਮਤਲਬ ਅਸੀਂ ਉਹਨੂੰ, ਫਿਰ ਤਾਂ ਅਸੀਂ ਜਾਂਦੇ ਹੀ ਨਾ, ਫਿਰ ਮਾਮੇ ਦੀ ਹਿੱਕ ਤੇ ਅਸੀਂ ਝੰਡਾ ਕਿੱਦਾਂ ਗੱਡਦੇ। ਹਾਂ, ਇਸ ਕਰਕੇ ਹੁਣ ਇੱਕ ਕੁਐਸਚਨ ਕਰਨਾ ਸ਼ੁਰੂ ਕਰ ਦੋ, ਮਾਮਾ ਨਹੀਂ ਹੈ ਉਹ ਝੰਡਾ ਗੱਡ ਸਕਦੇ ਹਾਂ, ਠੀਕ ਹੈ। ਇਹ ਸੋਚ ਹੈ, ਇਹ ਸੋਚ ਸਾਨੂੰ ਅੱਗੇ ਲੈ ਗਈ। ਜੇ ਇੱਕ ਮਿੰਟ, ਜੇ ਇਹ ਸੋਚ ਨੂੰ ਅਸੀਂ ਬੰਦ ਕਰਾਂਗੇ ਤਾਂ ਫਿਰ ਤੁਸੀਂ ਕਿੱਧਰ ਨੂੰ ਜਾਓਗੇ। ਤੁਸੀਂ ਗਰੋ ਨਹੀਂ ਕਰੋਗੇ, ਨਾ ਆਰਥਿਕ ਤੌਰ ਤੇ, ਨਾ ਮਾਨਸਿਕ ਤੌਰ ਤੇ, ਨਾ ਸਮਾਜਿਕ ਤੌਰ ਤੇ। ਰਾਜੀਵ ਗੁਦਾਰਾ ਜੀ, ਡਾਕਟਰ ਸਵਰਾਜ ਵੀਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ, ਇਹਨਾਂ ਦਾ ਸ਼ੁੱਕਰਵਾਰ ਦੀ ਅਖਬਾਰ 'ਚ ਆਰਟੀਕਲ ਹੈ। ਇਸ ਲੇਖ ਦੇ ਵਿਚਕਾਰ ਉਹਨਾਂ ਨੇ ਇਹ ਜਗ੍ਹਾ ਖਾਲੀ ਛੱਡੀ ਹੈ। ਉਹ ਕਹਿੰਦੇ ਨੇ, ਇਹ ਮੈਨੂੰ ਸੈਂਸਰਸ਼ਿਪ ਦੇ ਦਿਨਾਂ 'ਚ ਯਾਦ ਆ, ਅਖਬਾਰਾਂ 'ਚ ਖਾਲੀ ਜਗ੍ਹਾ ਚੱਲਦੀ ਸੀ। ਉਹ ਕਹਿੰਦੇ ਨੇ ਇਹ ਖਾਲੀ ਜਗ੍ਹਾ ਹੈ, ਇਹਦੇ 'ਚ ਕਸ਼ਮੀਰ ਦੀ ਆਵਾਜ਼ ਭਰਨੀ ਹੈ। ਕਸ਼ਮੀਰ ਦੀ ਆਵਾਜ਼ ਪਤਾ ਕੀ ਹੈ? ਧਿਆਨ ਨਾਲ ਸੁਣੋ। ਤੁਹਾਨੂੰ ਕੋਈ ਆਵਾਜ਼ ਸੁਣ ਰਹੀ ਹੈ? ਇਹ ਕਸ਼ਮੀਰ ਦੀ ਆਵਾਜ਼ ਹੈ। ਅਜੇ ਸਾਨੂੰ ਨਹੀਂ ਪਤਾ, ਅਜੇ ਅਖਬਾਰਾਂ ਵਿੱਚ ਖਾਲੀ ਜਗ੍ਹਾ ਹੈ, ਅਜੇ ਸਾਡੇ ਡਿਬੇਟਾਂ ਵਿੱਚ ਚੁੱਪ ਪਸਰੀ ਹੋਈ ਹੈ, ਸਾਨੂੰ ਕਸ਼ਮੀਰ ਦੀ ਆਵਾਜ਼ ਨਹੀਂ ਪਤਾ। ਤੇ ਮੁਲਕ ਵਿੱਚ ਇੱਕ ਬਿਆਨੀਆ, ਜ਼ੋਰਦਾਰ ਬਿਆਨੀਆ ਕਿ ਕਸ਼ਮੀਰ ਵਿੱਚ ਸਭ ਠੀਕ ਹੈ, ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਮੂੰਹ ਭੰਨਣ ਲਈ ਅਸੀਂ ਲੋਕਾਂ ਨੂੰ ਘਰਾਂ ਵਿੱਚ ਬੰਦ ਕੀਤਾ, ਪਰ ਨਾ ਵਿਰੋਧੀ ਧਿਰ ਦਾ ਬਿਆਨੀਆ ਸਾਹਮਣੇ ਆ ਰਿਹਾ, ਨਾ ਪਾਰਟੀ ਦੇ ਅੰਦਰ ਕਿਸੇ ਕਿਸਮ ਦੀ ਡਾਇਸੈਂਟ ਦਿਖਾਈ ਦੇ ਰਹੀ ਹੈ, ਨਾ ਹੀ ਲੋਕ ਧਿਰਾਂ ਉਹਨੇ ਵੱਡੇ ਰੂਪ ਦੇ ਵਿੱਚ ਸਾਹਮਣੇ ਲਿਆ ਰਹੀਆਂ ਨੇ। ਵੇਅਰ ਇਜ਼ ਦਾ ਡਾਇਸੈਂਟ? ਤੇ ਜੇ ਅੱਜ ਇਹਦੇ ਤੇ ਡਾਇਸੈਂਟ ਨਹੀਂ ਹੈ, ਜਿਸ ਦੇ ਉੱਤੇ ਮੈਂ ਜ਼ਿਕਰ ਕਰ ਦਿਆਂ, ਇੰਡੀਅਨ ਐਕਸਪ੍ਰੈਸ ਦਾ ਐਡੀਟੋਰੀਅਲ ਹੈ, ਉਹਨਾਂ ਨੇ ਕਿਹਾ ਸੁਪਰੀਮ ਕੋਰਟ ਕਿਸ ਤਰ੍ਹਾਂ ਦਾ ਰੋਲ ਨਿਭਾ ਰਹੀ ਹੈ ਕਿ ਉਸ ਕੋਲ ਨੈਸ਼ਨਲ ਕਾਨਫਰੰਸ ਦੇ 2 MP ਜਾ ਰਹੇ ਨੇ ਕਿ ਅਸੀਂ ਆਪਣੀ ਪਾਰਟੀ ਦੇ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਨੂੰ ਮਿਲ ਆਈਏ, ਤਾਂ ਸੁਪਰੀਮ ਕੋਰਟ ਕਹਿ ਰਹੀ ਹੈ ਮਿਲ ਆਓ ਪਰ ਆ ਕੇ ਗੱਲ ਨਾ ਕਰਨਾ। ਇੰਡੀਅਨ ਐਕਸਪ੍ਰੈਸ ਆਪਣੇ ਐਡੀਟੋਰੀਅਲ ਲਿਖ ਰਹੀ ਹੈ ਸੁਪਰੀਮ ਕੋਰਟ ਹੁੰਦੀ ਕੌਣ ਹੈ ਪਰਮਿਸ਼ਨ ਦੇਣ ਵਾਲੀ? ਉਹ ਇਹ ਕਿਉਂ ਨਹੀਂ ਪੁੱਛ ਰਹੀ ਕਿ ਤੁਹਾਨੂੰ ਪਰਮਿਸ਼ਨ ਲਈ ਆਣਾ ਹੀ ਕਿਉਂ ਪੈ ਰਿਹਾ, ਕਿਉਂ ਆਜ਼ਾਦੀ ਨਹੀਂ ਹੈ? ਹੁਣ ਇਹ ਡਾਇਸੈਂਟ ਹੈ, ਜੇ ਇਹ ਤਾਂ ਆਪੋਜੀਸ਼ਨ ਤੋਂ ਵੀ ਨਹੀਂ ਖੈਰ ਗੱਲ ਆ ਰਹੀ, ਤੇ ਜੇ ਆਵੇਗੀ ਤਾਂ ਲੋਕ ਕਹਿਣਗੇ ਦੇਸ਼ ਧਰੋਹੀ ਹੈ, ਕਿਉਂਕਿ ਲੋਕਾਂ ਦਾ ਮਨ ਕਿਹੋ ਜਿਹਾ ਬਣਾ ਦਿੱਤਾ ਗਿਆ। ਜੇ ਇਸ ਤਰ੍ਹਾਂ ਦੀ ਕੋਈ ਡਾਇਸੈਂਟ ਦੇ ਨਹੀਂ ਪਾਏਗਾ ਫਿਰ ਕਿਹੋ ਜਿਹਾ ਦੇਸ਼ ਬਣਾਂਗੇ? ਅੱਜ ਤੇ ਇੰਨੀਆਂ ਕੁ ਆਵਾਜ਼ਾਂ, ਕੱਲ ਨੂੰ ਇਹ ਵੀ ਨਹੀਂ ਰਹਿਣਗੀਆਂ। ਐਸਪੀ ਜੀ ਗੱਲ ਤੁਹਾਡੀ ਠੀਕ ਹੈ। ਅਸੀਂ ਨਾ ਜਦੋਂ ਗੱਲ ਕਰਦੇ ਹਾਂ, ਮੈਨੂੰ ਲੱਗਦਾ ਸਾਰਾ ਜ਼ੋਰ ਸਾਡਾ ਜ਼ਿਆਦਾ ਜ਼ੋਰ ਹੁੰਦਾ ਸੱਤਾ ਤੇ, ਕਿ ਸੱਤਾ ਇਹ ਸਭ ਕਰ ਰਹੀ ਹੈ। ਪਰ ਮੈਂ ਪਲਟ ਕੇ ਸਵਾਲ ਆਪਣੇ ਆਪ ਨੂੰ ਕਰਨਾ ਚਾਹੁੰਦਾ। ਪਲਟ ਕੇ ਮੈਨੂੰ 75 ਚ ਲੈ ਜਾਓ, ਐਮਰਜੈਂਸੀ ਚ ਲੈ ਜਾਓ। ਇਹ ਸਵਾਲ ਇੰਦਰਾ ਗਾਂਧੀ ਨੂੰ, ਇਹ ਸਟਾਲਿਨ ਨੂੰ। ਸਰ ਮੈਂ ਤੁਹਾਨੂੰ ਨਹੀਂ, ਆਪਣੇ ਆਪ ਨੂੰ ਸਵਾਲ ਕਰਨਾ ਚਾਹੁੰਦਾ। ਸ਼ੋਰ ਕਿ ਮੈਂ ਜਨ ਭਾਗੀਦਾਰੀ ਜਿਹੜੀ ਹੈ, ਜਨਤਾ ਦੀ ਜਿਹੜੀ ਭਾਗੀਦਾਰੀ, ਮੈਂ ਵੀ ਇੱਕ ਨਾਗਰਿਕ ਹਾਂ, ਕਿ ਮੈਂ ਆਪਦੀ ਭਾਗੀਦਾਰੀ ਦਾ ਰੋਲ ਪਲੇ ਕਰ ਰਿਹਾ, ਕਿ ਮੈਂ ਆਪਦੀ ਭਾਗੀਦਾਰੀ ਨਿਭਾ ਰਿਹਾ, ਜਿਹੜਾ ਮੇਰੀ ਭੂਮਿਕਾ ਇਸ ਦੌਰ 'ਚ ਹੋ ਸਕਦੀ ਮੈਂ ਉਹ ਕਰ ਰਿਹਾ। ਜੇ ਮੈਂ ਉਹ ਨਹੀਂ ਕਰ ਰਿਹਾ ਤੇ ਮੈਂ ਉਮੀਦ ਕਰਾਂਗਾ ਕਿ ਸੁੱਚਾ ਸਿੰਘ ਗਿੱਲ ਜੀ ਜਾਂ ਐਸਪੀ ਸਿੰਘ ਜੀ ਪੱਤਰਕਾਰ ਹੋਣ ਦੇ ਨਾਤੇ ਜਨ ਸਰੋਕਾਰ ਦੀ ਆਵਾਜ਼ ਬਣ ਸਕਣਗੇ।
ਉਹ ਬਣਨ ਦੀ ਕੋਸ਼ਿਸ਼ ਵੀ ਕਰਨਗੇ ਤੇ ਕਮਜ਼ੋਰ ਹੋ ਜਾਣਗੇ, ਕਿਉਂਕਿ ਮੈਂ ਇੱਕ ਨਾਗਰਿਕ ਦੇ ਨਾਤੇ ਚੁੱਪ ਹਾਂ, ਉਹਨਾਂ ਨੂੰ ਹੁੰਗਾਰਾ ਨਹੀਂ ਦੇ ਰਿਹਾ। ਇਸ ਕਰਕੇ ਜਨ ਸਰੋਕਾਰ ਦੀ ਕੋਈ ਗੱਲ ਕਰੇਗਾ, ਇਸ ਕਰਕੇ ਜਨਤਾ ਨੂੰ ਵੀ ਭਾਗੀਦਾਰ ਹੋਣਾ ਆਈ ਹੈਵ ਪਏਗਾ। ਪ੍ਰੋਬਲਮ ਵਿਦ ਦੈਟ। ਮੈਨੂੰ ਲੱਗਦਾ ਨਾਗਰਿਕ ਜ਼ੋਰ ਸ਼ੋਰ ਨਾਲ ਭਾਗੀਦਾਰੀ ਕਰ ਰਿਹਾ, ਉਹਨੂੰ ਉਹਨਾਂ ਦਾ ਬੈਨੀਆ ਠੀਕ ਲੱਗਿਆ, ਉਹ ਉਹਨਾਂ ਦੇ ਬੈਨੀਏ ਲਈ ਭੀੜ ਉਮੜ ਕੇ ਆ ਰਹੀ ਹੈ। ਉਹ ਕਹਿ ਰਹੀ ਹੈ ਤੈਨੂੰ ਸਮਝ ਨਹੀਂ ਸਰ, ਆਈ ਮੇਰੀ ਕਿ ਗੱਲ- ਗਾਂ ਹਾਂ, ਨੂੰ ਮੈਂ- ਲੈ ਕੇ ਇਸ ਤਰ੍ਹਾਂ ਨਹੀਂ ਜਾਣਾ ਸੀ, ਸਾਨੂੰ ਤੇਰੇ ਤੇ ਸ਼ੱਕ ਹੈ, ਤੂੰ ਖਤਮ ਕਰ ਦਿੱਤਾ ਜਾਵੇਗਾ। ਸਰ ਮੈਂ ਅਗਲੀ ਗੱਲ ਪੂਰੀ ਕਰ ਰਹਾ ਕਵਿਤਾ ਪੜ੍ਹੀ ਹੈ ਨਾ, ਕਵਿਤਾ? ਹਾਂ ਮੈਂ ਪੜ੍ਹੀ ਨਾ, ਮੈਂ ਇਸੇ ਗੱਲ ਤੁਹਾਨੂੰ ਕਰ ਰਿਹਾ ਕਿ ਜੇ ਜਨ ਭਾਗੀਦਾਰੀ ਦੀ ਜਦੋਂ ਮੈਂ ਗੱਲ ਕਰ ਰਿਹਾ, ਸਾਡੇ ਸੁਭਾਅ ਦੇ ਵਿੱਚ ਕੀ ਹੁੰਦਾ ਜਾ ਰਿਹਾ। ਜਿਹੜੇ ਜਨ ਸਰਕਾਰ ਦੀ ਗੱਲ ਕਰਨ ਵਾਲੇ, ਜਿਨ੍ਹਾਂ ਨੂੰ ਅਸੀਂ ਜਿਹੜੇ ਭੂਮਿਕਾ ਤੇ ਕਰਦੇ ਨਾ, ਬੁੱਧੀਜੀਵੀ ਜਾਂ ਪੱਤਰਕਾਰ ਹੈ ਫਲਾਣਾ, ਉਹ ਸਾਰਾ ਫੇਲ ਕਰ ਰਹੇ ਨੇ, ਜਿੰਨਾ ਕਰਨਾ ਚਾਹੀਦਾ ਨਹੀਂ ਕਰ ਰਹੇ। ਪਰ ਥੱਲੋਂ ਰਿਸਪੌਂਸ ਕੀ ਆ ਰਿਹਾ। ਹੁਣ ਤੁਸੀਂ ਕਿਹਾ ਕਿ ਦੂਜੇ ਪਾਸੇ ਹੋ ਰਿਹਾ ਨਾ, ਕਸ਼ਮੀਰ ਬਾਰੇ ਹੋ ਰਿਹਾ, ਕਸ਼ਮੀਰ ਬਾਰੇ ਹੋ ਰਿਹਾ, ਪਰ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਗੱਲਾਂ ਡਿਫਰੈਂਟ ਨੇ, ਪੰਜਾਬ ਦੇ ਸਵਾਲ ਉੱਠ ਰਹੇ ਨੇ। ਪਰ ਬਾਵਜੂਦ ਇਹਦੇ ਜਿਹੜੀ ਹੁਣ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਪ੍ਰੋਗਰਾਮ ਇੱਥੇ ਮੁਹੱਲੇ ਦੇ ਵਿੱਚ ਪ੍ਰਦਰਸ਼ਨ ਹੋਣ ਜਾ ਰਿਹਾ ਸੀ, ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਹਰਿਆਣੇ ਦੇ ਵਿੱਚ there is not a single voice virtually। ਸਵਰਾਜ ਇੰਡੀਆ ਨੇ ਬਿਆਨ ਦਿੱਤਾ ਕਿ 370 ਹਟਾਣਾ ਗਲਤ ਸੀ, ਆਉਣ ਵਾਲੇ ਦੇਸ਼, ਆਉਣ ਵਾਲੇ ਸਮਾਜ ਵਾਸਤੇ ਖਤਰਨਾਕ ਹੈ, ਇਹ ਫੈਸਲਾ ਗਲਤ ਹੈ। ਸੋ ਉੱਥੇ ਸੁਪਰੀਮ ਕੋਰਟ ਦਾ ਫੈਸਲਾ, ਇੱਥੇ ਹਾਈ ਕੋਰਟ ਦਾ। ਹਾਂ, ਮੈਂ ਤੁਹਾਨੂੰ ਅਗਲੀ ਗੱਲ ਦੱਸ ਰਿਹਾ। ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਗੱਲ ਕੀਤੀ ਤੇ ਪਿੰਡਾਂ 'ਚ ਲੋਕ ਗੱਲ ਸੁਣ ਰਹੇ ਨੇ, ਪਰ ਹਲੇ ਤੱਕ ਇਹ ਮਾਹੌਲ ਬਣਾਉਣ ਦੀ ਲੋੜ ਹੈ ਕਿ ਜਦੋਂ ਅਸੀਂ ਬੋਲ ਰਹੇ ਹਾਂ ਕਿ ਇੱਕ ਪਾਸੇ ਕੁਝ ਲੋਕ ਸੁਣ ਰਹੇ ਨੇ, ਦੂਜੇ ਪਾਸੇ ਤੁਹਾਨੂੰ ਖਾਰਿਜ ਵੀ ਕੀਤਾ ਜਾ ਰਿਹਾ ਹੈ। ਉਦੋਂ ਉਹ ਜਦੋਂ ਜਿਹੜਾ ਬੋਲ ਰਿਹਾ ਉਹਨੂੰ ਰਿਕੋਗਨਾਈਜ਼ ਕਰਕੇ ਇੱਕ ਦੂਜੇ ਨੂੰ ਅਸੀਂ ਤਾਕਤ ਦੇਣੀ ਸ਼ੁਰੂ ਕਰਾਂਗੇ, ਤਾਂ ਸ਼ਾਇਦ ਉਹਨਾਂ ਤਾਕਤਾਂ ਦਾ ਮੁਕਾਬਲਾ ਕਰ ਸਕਾਂਗੇ। ਮੈਂ ਇੱਕ ਐਗਜ਼ਾਮਪਲ ਦਿੱਤਾ ਕਿ ਇੱਕ ਦਿਨ ਸਾਡੇ ਇੱਕ ਦੋਸਤ ਨੇ, ਉਹ ਬਾਹਰ ਰਹਿੰਦੇ ਨੇ, ਉਹਨਾਂ ਨੇ ਕਿਹਾ ਵੀ ਕਸ਼ਮੀਰ ਦੇ ਵਿੱਚ ਕੀ ਹੋ ਗਿਆ, ਉਹਨਾਂ ਦੇ ਭਲੇ ਵਾਸਤੇ ਤਾਂ ਕਰ ਰਹੇ ਨੇ, ਵਾਟਸ ਰੋਂਗ ਅਬਾਊਟ ਇਟ। ਕੋਈ ਨਹੀਂ, ਅੱਜ ਥੋੜੀ ਤਕਲੀਫ ਹੈ, ਕੱਲ ਨੂੰ ਚੰਗਾ ਹੋ ਜਾਏਗਾ, ਹੌਲੀ ਹੌਲੀ ਸਮਝ ਜਾਣਗੇ। ਸ਼ੀ ਇਜ਼ ਫਰਮ ਪੰਜਾਬ। ਮੈਂ ਉਹਨੂੰ ਕਿਹਾ ਵੀ ਉਹ ਸਾਹਿਤਯ ਦੀ ਗੱਲ ਕਰਦੇ ਨੇ, ਮੈਂ ਕਿਹਾ ਤੁਸੀਂ ਅੰਮ੍ਰਿਤਾ ਪ੍ਰੀਤਮ ਤੋਂ ਲੈ ਕੇ ਬਹੁਤ ਸਾਰੇ ਸਾਹਿਤਯਕਾਰ ਪੜ੍ਹੇ ਹੋਣੇ, ਤੁਸੀਂ ਉਹਨਾਂ ਦੀ ਕਹਾਣੀਆਂ ਦੇ ਵਿੱਚ ਇਹ ਜਿਹੇ ਅਨੇਕ ਦਰਦ ਸੁਣੇ ਹੋਣੇ। ਜਦੋਂ ਮੰਨ ਲਓ ਇੱਕ ਕੁੜੀ ਹੈ, ਉਹ ਕਿਸੇ ਨਾਲ ਪ੍ਰੇਮ ਕਰ ਬੈਠਦੀ ਹੈ, ਉਹਦਾ ਪ੍ਰੇਮ ਹੈ, ਉਹ ਕਰਦੀ ਹੈ, ਉਹ ਕਹਿੰਦੀ ਮੈਂ ਇਹਦੇ ਨਾਲ ਰਹਿਣਾ ਚਾਹੁੰਦਾ, ਉਹਦੇ ਮਾਪੇ ਬੜੇ ਅਮੀਰ ਨੇ, ਉਹ ਕਹਿੰਦੇ ਨਹੀਂ ਨਹੀਂ ਤੂੰ ਕਿੱਥੇ ਰਹਿਣ ਲੱਗੀ ਹੈ, ਅਸੀਂ ਤੇਰਾ ਵਿਆਹ ਆਪਦੀ ਮਰਜ਼ੀ ਨਾਲ ਕਰਾਂਗੇ। ਉਹ ਕਿਤੇ ਬਹੁਤ ਅਮੀਰ ਪਰਿਵਾਰ 'ਚ ਵਿਆਹ ਕਰ ਦਿੰਦੇ ਨੇ, ਉਹ ਸਾਲੋਂ ਸਾਲ ਉਹ ਆਪਦੇ ਮਰੇ ਹੋਏ ਸੁਪਨੇ ਨਾਲ ਜਿੰਦਾ ਰਹਿੰਦੀ ਹੈ, ਪਰ ਬਹੁਤ ਸਾਧਨ ਬਹੁਤ ਨੇ ਉਹਦੇ ਕੋਲ, ਉਹਦੇ ਬੱਚੇ ਵੀ ਵਧੀਆ ਪੜ੍ਹ ਲਿਖ ਜਾਂਦੇ ਨੇ, ਤੇ ਤੁਸੀਂ ਉਹਨੂੰ ਕਹੋ ਦੇਖੋ ਉਹਨੂੰ ਕਿੰਨਾ ਵਧੀਆ ਭਵਿੱਖ ਦੇਦਾ, ਮਹਿਲ ਨੇ, ਮਕਾਨ, ਨੌਕਰੀਆਂ ਦੇ ਕੇ ਖੁਸ਼ ਕਰ ਦੇਣਾ ਕਸ਼ਮੀਰੀਆਂ ਨੂੰ, ਤੁਸੀਂ ਮਕਾਨ ਨੇ, ਮਹਿਲ ਨੇ, ਗੱਡੀਆਂ ਨੇ। ਇਹਦੇ ਨਾਲ ਤੁਸੀਂ ਉਹ ਸਾਹਿਤਯ ਦੇ ਵਿੱਚੋਂ ਤੁਸੀਂ ਉਸ ਔਰਤ ਦੀ ਜਾਂ ਇਸੇ ਤਰ੍ਹਾਂ ਕਿਸੇ ਬੰਦੇ ਦੀ ਉਹ ਜਿਹੜੀ ਪੀੜਾ ਹੈ ਉਹਦਾ ਅਹਿਸਾਸ ਕਰਕੇ ਵੇਖੋ। ਮੈਂ ਕਿਸੇ ਬਹਿਸ 'ਚ ਨਹੀਂ ਜਾਣਾ ਚਾਹੁੰਦਾ, ਇਤਿਹਾਸ ਨੂੰ ਛੱਡ ਦਿਓ। ਮੈਂ ਇਹ ਵੀ ਸਵਾਲ ਕਰਨਾ ਚਾਹਨਾ ਕਿ 370 ਦੇ ਨਾਂ ਤੇ ਜਿਹੜਾ ਕਸ਼ਮੀਰੀਆਂ ਨਾਲ ਪਿਛਲੇ ਦਿਨਾਂ 'ਚ ਜੋ ਹੋ ਰਿਹਾ, ਜੇ ਹਰਿਆਣੇ ਦੇ ਵਿੱਚ ਕੀਤਾ ਜਾਵੇ ਤੇ ਫਿਰ ਹਰਿਆਣੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਲੱਗਦਾ ਹੈ? ਜਦੋਂ ਹਰਿਆਣੇ ਦੇ ਵਿੱਚ 2016 ਦੇ ਵਿੱਚ 20 ਦਿਨ ਤੱਕ ਹਰਿਆਣਾ ਬੰਦ ਰਹਿੰਦਾ ਹੈ, ਮੁੜ ਕੇ ਆਗਜਨੀ ਹੁੰਦੀ ਹੈ, ਲੋਕਾਂ ਨੂੰ ਘਰਾਂ 'ਚ ਬੰਦ ਹੋਣਾ ਪੈਂਦਾ ਹੈ। ਜਿਹੜਾ ਅਹਿਸਾਸ ਕਰਕੇ ਵੇਖੀਏ ਨਾ, ਅਸੀਂ ਅਹਿਸਾਸ ਕਰਕੇ ਵੇਖੀਏ ਕਿ ਕੀ ਵਾਪਰਦੀ ਹੈ ਉਦੋਂ। ਅਸੀਂ ਇਸ ਪੱਖੋਂ ਗੱਲ ਕਰਨੀ ਸ਼ੁਰੂ ਕਰਨੀ ਪੈਣੀ ਹੈ, ਸਮਾਜ ਨੂੰ ਵੀ, ਸਾਡੀ ਪੋਲੀਟੀਕਲ ਲੀਡਰਸ਼ਿਪ ਨੂੰ ਵੀ, ਸਾਡੇ ਜਿਹੜੇ ਕਮਿਊਨੀਕੇਸ਼ਨ ਦੇ ਜਿਨ੍ਹਾਂ ਦੀ ਆਵਾਜ਼ ਸੁਣੀ ਜਾ ਰਹੀ ਹੈ, ਮੀਡੀਆ ਹੋਵੇ, ਬੁੱਧੀਜੀਵੀ ਹੋਣ, ਉਹਨਾਂ ਨੂੰ ਵੀ ਕਰਨੀ ਪੈਣੀ ਹੈ। ਸਾਰਿਆਂ ਨੂੰ ਇੱਕ ਸਾਂਝਾ ਹੁੰਗਾਰਾ ਦੇਣਾ ਪੈਣਾ ਹੈ। ਇਹ ਡਰ ਛੱਡਣਾ ਪੈਣਾ ਹੈ ਕਿ ਮੈਂ ਬੋਲਾਂਗਾ, ਜੇ ਮੈਂ ਬੋਲਾਂਗਾ ਤਾਂ ਮੈਂ ਖਾਰਿਜ ਕਰ ਦਿੱਤਾ ਜਾਵਾਂਗਾ। ਇਸ ਤੋਂ ਬਾਹਰ ਆਉਣ ਦੀ ਲੋੜ ਹੈ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ। ਇੱਕ ਲਾਈਨ ਇੰਡੀਅਨ ਐਕਸਪ੍ਰੈਸ ਦੇ ਐਡੀਟੋਰੀਅਲ 'ਚ ਲਾਸਟ ਤੇ ਸ਼ੁੱਕਰਵਾਰ ਦੀ ਇੰਡੀਅਨ ਐਕਸਪ੍ਰੈਸ 2 ਸ਼ੈਲ ਨੋਟਸ, ਇਹਨੇ ਕਿਹਾ ਇਹਨਾਂ ਸਮਿਆਂ ਵਿੱਚ ਜੁਡੀਸ਼ਰੀ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ, ਇਹ ਕ੍ਰਿਟੀਕਲ ਹੈ, ਲੰਬੇ ਸਮੇਂ ਤੱਕ ਇਸ ਤੇ ਦੁਨੀਆ ਨਜ਼ਰ ਰੱਖੇਗੀ ਤੇ ਗੱਲ ਕਰੇਗੀ। ਗਿਲ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜਦੋਂ ਡਿਸੈਂਟ ਨਹੀਂ ਹੋਏਗੀ, ਅੱਜ ਮੈਂ ਸਰਕਾਰ ਦਾ 80% ਚਮਚਾ ਹਾਂ, ਸਰਕਾਰ ਨੂੰ ਮੈਂ ਚੰਗਾ ਲੱਗਦਾ ਕਿਉਂਕਿ ਮੈਂ ਵਿਰੋਧੀ ਦੀ ਗੱਲ ਤਾਂ 20% 'ਚ ਹੀ ਖਾਰਿਜ ਕਰ ਦੇਣਾ, ਇਹਨਾਂ ਦੀ ਗੱਲ ਮੈਨੂੰ ਨਹੀਂ ਚੰਗੀ ਲੱਗਦੀ, ਇਹਨਾਂ ਨੂੰ ਤਾਂ ਮੈਂ 20% ਟਾਈਮ ਦੇਣਾ, ਤੁਹਾਡੀ ਚੰਗੀ ਲੱਗਦੀ ਹੈ, ਤੁਹਾਨੂੰ ਮੈਂ 80% ਸਮਾਂ ਦਿਆਂਗਾ, ਮੈਂ ਸਰਕਾਰ ਨੂੰ ਮੈਂ ਚੰਗਾ ਲੱਗਾਂਗਾ। ਜਦੋਂ ਸਾਰੀ ਡਿਸੈਂਟ ਖਤਮ ਹੋ ਜਾਏਗੀ, ਫਿਰ ਸਰਕਾਰ ਕਹੇਗੀ ਭਾਈ ਤੂੰ ਕਾਹਦਾ ਚਮਚਾ, ਤੂੰ ਤਾਂ ਸਿਰਫ 80% ਗੱਲ ਕਰਦਾ, ਸਾਨੂੰ ਹੁਣ 100% ਵਾਲਾ ਚਮਚਾ ਚਾਹੀਦਾ। ਆਹਿਸਤਾ ਆਹਿਸਤਾ ਜਿਹੜਾ ਭਾਗੀਦਾਰ ਹੋ ਰਿਹਾ ਹੈ ਸਰਕਾਰ ਇਹ ਡਿਸੈਂਟ ਨੂੰ ਖਤਮ ਕਰਨ ਦੇ ਵਿੱਚ, ਉਹ ਆਪ ਵੀ ਇਹਦੀ ਕੀਮਤ ਦੇਵੇਗਾ। ਜਿਹੜਾ ਮੀਡੀਆ ਅੱਜ ਆਰਥਿਕ ਮੰਦੀ ਦੇ ਉੱਤੇ ਪਰਦਾ ਪਾ ਰਿਹਾ, ਉਹਦਾ ਇੰਪੈਕਟ ਮੀਡੀਆ ਦੇ ਉੱਤੇ ਵੀ ਆਣਾ। ਜਦੋਂ ਇਸ਼ਤਿਹਾਰ ਖਤਮ ਹੋਣੇ ਆ, ਮੈਨੂਫੈਕਚਰਿੰਗ ਖਤਮ ਹੋਵੇਗੀ, ਗਰੋਥ ਰੇਟ ਥੱਲੇ ਜਾਏਗਾ, ਤਾਂ ਇਸ਼ਤਿਹਾਰਾਂ ਤੇ ਹੋਵੇਗਾ, ਫਿਰ ਉਹ ਮੀਡੀਆ ਸਰਕਾਰ ਦੇ ਉੱਤੇ ਹੋਰ ਡਿਪੈਂਡੈਂਟ ਹੋ ਜਾਏਗਾ, ਫਿਰ ਉਹ ਸਰਕਾਰੀ ਇਸ਼ਤਿਹਾਰਾਂ ਤੇ ਹੋਰ ਡਿਪੈਂਡੈਂਟ ਹੋ ਜਾਏਗਾ, ਫਿਰ ਉਹ ਕੀ ਕਰੇਗਾ, ਫਿਰ ਫਰਦਰ ਵਿਕਦਾ ਚਲਾ ਜਾਏਗਾ। ਇਹ ਕਿੱਥੋਂ ਤੱਕ ਜਾਵੇਗਾ? ਦੇਖੋ ਗੱਲ ਇਹ ਆ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਿਹੜਾ ਸਿਟੀਜ਼ਨ ਆ, ਕਾਮਨ ਸਿਟੀਜ਼ਨ ਆ, ਉਹਦਾ ਰਿਸਪੌਂਸ ਕੀ ਹੈ, ਉਹਦੀ ਗੱਲ ਕੀਤੀ, ਦੈਟਸ ਵੈਰੀ ਇੰਪੋਰਟੈਂਟ। ਇੰਪੋਰਟੈਂਟ ਹੈ, ਪਰ ਇਹਦੇ ਨਾਲ ਇਕੁਅਲੀ ਇੰਪੋਰਟੈਂਟ ਹੈ ਕਿ ਜਿਹੜੀਆਂ ਡੈਮੋਕ੍ਰੇਸੀ ਦੀਆਂ ਇੰਸਟੀਟਿਊਸ਼ਨਸ ਨੇ, ਜਿਹ 'ਚ ਜੁਡੀਸ਼ਰੀ ਵੀ ਆਉਂਦੀ ਹੈ, ਪਾਰਲੀਮੈਂਟ ਵੀ ਆਉਂਦੀ ਹੈ, ਪ੍ਰੈਸ ਵੀ ਆਉਂਦੀ ਹੈ, ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ। ਇਹ ਜਿਹੜਾ ਤੁਸੀਂ ਡਿਸੀਜਨ ਦੱਸਿਆ, ਐਕਚੁਅਲੀ ਇਹੀ ਨੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ, ਇਹੀ ਨੇ ਜਿਹੜਾ ਤੁਸੀਂ ਡਿਸੀਜਨ ਦੱਸਿਆ ਕਿ ਬੰਦੇ ਜਾ ਤਾਂ ਸਕਦੇ ਨੇ,
ਹਾਂ। ਲੇਕਿਨ ਆਣ ਕੇ ਗੱਲ ਨਹੀਂ ਕਰਨਗੇ। ਪੋਲੀਟੀਕਲ ਬੰਦੇ ਜਾ ਸਕਦੇ ਨੇ, ਪੋਲੀਟੀਸ਼ੀਅਨ ਨੂੰ ਮਿਲ ਸਕਦੇ ਨੇ, ਆ ਕੇ ਪੋਲੀਟੀਕਲ ਗੱਲ ਨਹੀਂ ਕਰ ਸਕਦੇ। ਇਹਦਾ ਮਤਲਬ ਹੈ ਕਿ ਜਿਹੜੀ ਸਾਡੀ ਮਤਲਬ ਡੈਮੋਕ੍ਰੇਸੀ ਦੀ ਸੀਤਾਰਾਮ ਯੇਚਰੀ ਜੀ ਦਾ ਐਮਐਲਏ ਨੇ ਤਾਰੀਗਾਮੀ ਇਸੇ ਸਾਹਿਬ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਨੂੰ ਜਾਓ ਮਿਲੋ, ਹਾਲਚਾਲ ਪੁੱਛਣਾ, ਵਾਪਸ ਆ ਕੇ ਪੋਲੀਟੀਕਲ ਗੱਲ ਨਾ ਕਰਨਾ। ਮੈਂ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਐਮਐਲਏ ਨੂੰ ਮਿਲਣ ਜਾ ਰਿਹਾ, ਗੰਨੇ ਦਾ ਜੂਸ ਡਿਸਕਸ ਕਰਾਂਗਾ, ਸਿਆਸਤ ਡਿਸਕਸ ਕਰਾਂਗਾ, ਸਿਆਸਤ ਦੀ ਗੱਲ ਕਰਾਂਗਾ, ਆ ਕੇ ਸਿਆਸਤ ਬਾਰੇ ਗੱਲ ਕਰਾਂਗਾ। ਇਹਦਾ ਮਤਲਬ ਇਹ ਆ ਕਿ ਜਿਹੜੀ ਸਾਡੀ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਡੈਮੋਕ੍ਰੇਸੀ ਦੀ, ਹਾਈਐਸਟ ਕੋਰਟ ਹੈ, ਉਹ ਮੇਰੇ ਜਿਹੜਾ ਪੋਲੀਟੀਕਲ ਲੀਡਰ ਹੈ ਉਹਦਾ ਰਾਈਟ ਟੂ ਸਪੀਚ ਕਰਬ ਕਰ ਰਹੀ ਹੈ। ਇਹ ਹਾਈਐਸਟ ਕੋਰਟ ਨੇ ਇਹ ਪਹਿਲਾਂ ਕੀਤਾ ਸੀ। ਹਾਂ, ਜਸਟਿਸ AR ਬੇਗ ਵੇਲੇ ਇਹ ਸਭ ਹੋਇਆ ਸੀ, ਹੈਬੀਅਸ ਕਾਰਪਸ ਵੇਲੇ ਇਹ ਸਭ ਹੋਇਆ ਸੀ, ਜਿਸ ਵੇਲੇ ਜਸਟਿਸ HR ਖੰਨਾ ਦੀ ਡਾਈਸੈਂਟ ਸੀ ਇਹ ਸਭ ਹੋਇਆ ਸੀ। ਠੀਕ ਹੈ, ਲੋਕਾਂ ਦੇ ਫੰਡਾਮੈਂਟਲ ਰਾਈਟ ਖਤਮ ਹੋ ਗਏ ਸੀ ਤੇ ਅੱਜ ਉਹੀ ਅਸੀਂ ਦੁਬਾਰਾ ਉਹਨਾਂ ਸਮਿਆਂ ਤੇ ਉਹੀ ਡਿਬੇਟ, ਉਹੀ ਧਾਰਾਵਾਂ, ਕਨਸਟੀਟਿਊਸ਼ਨ ਦੇ ਉਹੀ ਆਰਟੀਕਲਸ ਦੁਬਾਰਾ ਡਿਬੇਟ। ਇਹਦਾ ਮਤਲਬ ਇਹ ਆ ਕਿ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਭਾਵੇਂ ਉਹ ਸੁਪਰੀਮ ਕੋਰਟ ਹੈ, ਭਾਵੇਂ ਉਹ CBI ਹੈ, ਭਾਵੇਂ ED ਹੈ, ਭਾਵੇਂ ਰਿਜ਼ਰਵ ਬੈਂਕ ਆਫ ਇੰਡੀਆ ਹੈ, ਉਹ ਜਦੋਂ ਜੇ ਇਹ ਖਤਮ ਹੋ ਗਈਆਂ ਤੇ ਇੱਕ ਇੰਟਰਨੈਸ਼ਨਲ ਡਿਬੇਟ ਹੈ, ਡੈਥ ਆਫ ਡਾਈਸੈਂਟ ਖਤਮ ਹੋ ਜਾਏਗੀ। ਨਹੀਂ, देयर इज ਇੰਟਰਨੈਸ਼ਨਲ ਡਿਬੇਟ ਔਨ ਇਟ। ਉਹ ਕਹਿੰਦੇ ਨੇ ਕਿ ਜਦੋਂ ਇਹ ਇੰਸਟੀਟਿਊਸ਼ਨ ਖਤਮ ਹੁੰਦੀਆਂ ਨੇ ਤੇ ਕੋਈ ਪਾਵਰਫੁਲ ਲੀਡਰ ਆ ਜਾਂਦਾ ਹੈ ਤੇ ਉਹਦੀ ਜਿਹੜੀ ਇੰਟੈਂਸ਼ਨ ਹੁੰਦੀ ਆ ਟੂ ਮੇਕ ਹਿਮ ਇਮੋਰਟਲਾਈਜ਼, ਉਹ ਫਿਰ ਬਜਰ ਗਲਤੀਆਂ ਕਰਦਾ ਤੋ ਮੁਲਕ ਨੂੰ ਇੱਕ ਡਾਰਕਨੈਸ ਸਟਾਲਿਨ ਤੱਕ ਦਿੰਦੇ ਆ। ਸੋ ਇਹ ਇੱਕ ਸਿਗਨਲ ਹੈ ਜਿਹਦੇ ਚ ਜਿਹੜੇ ਆ ਇਹ ਸਾਰੀਆਂ ਇੰਸਟੀਟਿਊਸ਼ਨ ਦੇ ਵਿੱਚ ਲੋਕ ਲੱਗੇ ਨੇ। ਐਸਪੀ ਜੀ, ਜਦੋਂ ਜੁਡੀਸ਼ਰੀ ਦੀ ਗੱਲ ਕਰਦੇ ਆ ਨਾ, ਰਨਿੰਗ ਆਊਟ ਆਫ ਟਾਈਮ, ਹਾਂ, ਜਦੋਂ ਜੁਡੀਸ਼ਰੀ ਦੀ ਗੱਲ ਕਰਦੇ ਆ ਯਾਦ ਰੱਖਣਾ ਪਏਗਾ ਕਿ ਜੁਡੀਸ਼ਰੀ ਦੇ ਵਿੱਚ ਸਾਡੇ ਸਮਾਜ ਦੇ ਵਿੱਚੋਂ ਹੀ ਬੰਦੇ ਬਿਲਕੁਲ ਉੱਥੇ ਜਾਂਦੇ ਨੇ। ਇੱਕ ਪਾਸੇ ਫਿਰ ਜੇ ਸਮਾਜ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਵਕੀਲ ਰਹਿੰਦੇ ਆ, ਸਮਝ ਹੈ, ਤੇ ਜੱਜ ਹੁੰਦੇ ਆ, ਫਿਰ ਉਸ ਕਾਨੂੰਨ ਨੂੰ ਉਸ ਤਰ੍ਹਾਂ ਇੰਟਰਪ੍ਰੀਟ ਕਰਨਗੇ। ਪਰ ਦੂਜੇ ਪਾਸੇ ਆਪਾਂ ਇਹ ਨਾ ਭੁੱਲੀਏ ਕਿ ਇਹ ਵੀ ਅਚਾਨਕ ਕਿਉਂ ਹੁੰਦਾ ਹੈ ਕਿ ਤੇ ਵੈਲਿਡਲੀ ਹੁੰਦਾ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਇੱਕ ਸਰਵਿਸ ਵਾਸਤੇ ਟ੍ਰਿਬਿਊਨਲ ਬਣ ਜਾਂਦਾ ਹੈ, ਸਟੇਟ ਟ੍ਰਿਬਿਊਨਲ, ਐਡਮਿਨਿਸਟ੍ਰੇਟਿਵ ਟ੍ਰਿਬਿਊਨਲ। ਵਕੀਲ ਹੜਤਾਲ ਕਰਦੇ ਨੇ, ਦਿਨਾਂ ਤੱਕ ਹੜਤਾਲ ਚੱਲਦੀ, 20 ਦਿਨ ਤੱਕ ਗੇਟ ਬੰਦ ਰੱਖਦੇ ਨੇ ਜੀ। ਉਹ ਆਪਦਾ ਡਾਈਸੈਂਟ ਭਰਪੂਰ ਤਰੀਕੇ ਨਾਲ ਕਰ ਰਹੇ ਨੇ, ਜਿਹੜਾ ਕਿ ਉਹਨਾਂ ਦਾ ਰਾਈਟ ਹੈ, ਕਰਨਾ ਚਾਹੀਦਾ। ਕੋਰਟ ਦੇ ਤਾਲੇ ਲੱਗ ਜਾਂਦੇ ਨੇ, ਵਰਚੁਅਲੀ ਲਿਟੀਗੇਂਟਸ ਦਾ ਆਣਾ ਜਾਣਾ ਬੰਦ ਹੁੰਦਾ। ਅਲਟੀਮੇਟਲੀ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ, ਪਿਟੀਸ਼ਨ ਨੂੰ ਸੂ ਮੋਟੋ ਲਿਆ ਜਾਂਦਾ ਹੈ। ਹੁਣ ਸਮਾਜ ਨੂੰ ਕਿਸੇ ਨੇ ਦੇਸ਼ ਧਰੋਹਿਤਾ ਨਹੀਂ ਕਿਹਾ, ਕਿਸੇ ਨੇ, ਲੋਕਾਂ ਨੇ ਆਪਣੀ ਡਿਸੈਂਟ ਕੀਤੀ। ਦੈਟਸ ਵਾਟ ਆਈ ਐਮ ਸੇਇੰਗ। ਇੱਕ ਪਾਸੇ ਇਹ ਵੀ ਹੋ ਰਿਹਾ, ਹੁਣ ਸਾਨੂੰ ਇਹ ਵੇਖਣ ਦੀ ਲੋੜ ਹੈ, ਸਮਾਜ ਨੂੰ ਵੇਖਣ ਦੀ ਲੋੜ ਹੈ। ਮੈਂ ਵਕੀਲ ਹਾਂ, ਮੈਂ ਉਸ ਐਜੀਟੇਸ਼ਨ ਦਾ ਹਿੱਸਾ ਸੀ, ਮੈਂ ਉਹਨੂੰ ਸਪੋਰਟ ਕਰਦਾ, ਪਰ ਮੈਂ ਕਹਿਣਾ ਚਾਹਨਾ ਸਮਾਜ ਇਹ ਸਵਾਲ ਪੁੱਛੇ, ਦੇਸ਼ ਦੇ ਪੱਤਰਕਾਰ ਬੁੱਧੀਜੀਵੀ ਸਵਾਲ ਪੁੱਛਣ ਕਿ ਜਿਹੜਾ ਇਹ ਵਕੀਲਾਂ ਨੂੰ ਹੱਕ ਸੀ, ਪੂਰੇ ਸਮਾਜ ਦੇ ਨਾਗਰਿਕਾਂ ਨੂੰ ਹੱਕ ਸੁਪਰੀਮ ਕੋਰਟਾਂ ਕਿਉਂ ਨਹੀਂ ਦਿੰਦੀਆਂ? ਨੰਬਰ 1। ਨੰਬਰ 2, ਜਦੋਂ ਸਾਡੇ ਪੱਤਰਕਾਰ ਇਹ ਕਹਿਣ ਲੱਗ ਜਾਣ ਕਿ ਦੇਖੋ ਜੀ ਅਸੀਂ ਕਿਵੇਂ ਬੋਲੀਏ, ਅਸੀਂ ਵੀ ਤਾਂ ਰੋਟੀ ਖਾਣੀ ਹੈ, ਤੁਸੀਂ ਆਪਦੇ ਪ੍ਰੋਫੈਸ਼ਨ ਕਰਕੇ, ਉਹ ਵਕੀਲ ਹੋਵੇ, ਪੱਤਰਕਾਰ ਹੋਵੇ, ਪ੍ਰੋਫੈਸਰ ਹੋਵੇ, ਇੰਟੈਲੈਕਚੁਅਲ ਹੋਵੇ, ਉਹ ਆਪਦੇ ਉਸ ਵਿਵਸਾਏ ਕਰਕੇ ਸਨਮਾਨ ਸਮਾਜ ਦੇ ਵਿੱਚੋਂ, ਰਿਸਪੈਕਟ ਸਮਾਜ ਦੇ ਵਿੱਚੋਂ ਗੇਨ ਕਰਦਾ ਹੈ, ਤੇ ਫਿਰ ਜਦੋਂ ਭੂਮਿਕਾ ਨਿਭਾਉਣ ਦੀ ਗੱਲ ਆਉਂਦੀ ਹੈ ਉਦੋਂ ਕਹਿ ਦਿੰਦਾ ਮੈਂ ਵੀ ਰੋਟੀ ਖਾਣੀ ਹੈ। ਇਹ ਦੋਗਲਾਪਨ ਨਹੀਂ ਚੱਲ ਸਕਦਾ, ਇਹ ਦੋ ਮੂੰਹੀਆਂ ਗੱਲਾਂ ਨਹੀਂ ਹੋ ਸਕਦੀਆਂ। ਸਮਾਜ ਨੂੰ ਇੰਨੇ ਗਹਿਰੀ ਤੇ ਪੈਨੀ ਦ੍ਰਿਸ਼ਟੀ ਰੱਖਣੀ ਪਏਗੀ, ਹਰ ਸੰਸਥਾ ਤੇ ਰੱਖਣੀ ਪਏਗੀ, ਹਰ ਉਸ ਇਦਾਰੇ ਤੇ ਰੱਖਣੀ ਪਏਗੀ, ਸਾਰਿਆਂ ਨੂੰ ਮਿਲ ਕੇ ਸੱਤਾ ਤੇ ਰੱਖਣੀ ਪਏਗੀ। ਆਪਣਾ ਰੋਲ ਨਹੀਂ ਨਿਭਾ ਪਾ ਰਹੀਆਂ, ਜੇ ਸਿਵਲ ਸੁਸਾਇਟੀ ਉਸ ਕਿਸਮ ਦੀ ਸਟਰੈਂਥ ਨਾਲ ਅੱਗੇ ਨਹੀਂ ਆ ਪਾ ਰਹੀ, ਉਹਦੇ ਲਈ ਜਗ੍ਹਾ ਨਹੀਂ ਹੈ, ਜਾਂ ਮੀਡੀਆ ਦੇ ਵਿੱਚ ਜੇ ਇਸ ਕਿਸਮ ਦੀਆਂ ਬੇਈਮਾਨੀਆਂ ਨੇ, ਤਾਂ ਨਾਗਰਿਕ ਨੂੰ ਕਿਸ ਨੇ ਰੋਕਿਆ? ਨਾਗਰਿਕ ਨੂੰ ਕੌਣ ਰੋਕ ਰਿਹਾ? ਤੁਸੀਂ ਆਪਣਾ ਰੋਲ ਨਿਭਾਓ, ਕੁਝ ਸਮਾਂ ਚੁੱਪ ਰਹੋ। ਉਹ ਕਸ਼ਮੀਰ ਦੀ ਆਵਾਜ਼ ਆ, ਕਿਉਂਕਿ ਅਜੇ ਲਫ਼ਜ਼ਾਂ ਨੂੰ ਉਹ ਜਾਮਾ ਨਹੀਂ ਮਿਲਿਆ ਜਿਹਦੇ ਨਾਲ ਉਹ ਤੁਹਾਡੇ ਤੱਕ ਆ ਸਕਣ। ਜਦੋਂ ਕਦੀ ਇਹ ਹਾਲਾਤ ਖੁੱਲਣਗੇ ਉਹਨਾਂ ਦੀ ਵੀ ਆਪਾਂ ਗੱਲ ਸੁਣ ਲਾਂਗੇ। ਪਤਾ ਨਹੀਂ ਉਹਨਾਂ ਦੀ ਕੋਈ ਡਿਸੈਂਟਿੰਗ ਵੌਇਸ ਹੈ, ਹੋ ਸਕਦਾ ਸਾਰੇ ਖੁਸ਼ ਹੀ ਹੋਣ ਤੇ ਨੱਚਦੇ ਟੱਪਦੇ ਆਪਣੇ ਘਰਾਂ 'ਚ ਪਏ ਹੋਣ ਕਿ ਪਤਾ ਨਹੀਂ ਕਦੋਂ ਕਰਫਿਊ ਹਟੇ ਤੇ ਅਸੀਂ ਭੰਗੜੇ ਪਾਈਏ ਆ ਕੇ, ਸਰਕਾਰ ਨੇ ਬੜਾ ਅੱਛਾ ਕੰਮ ਕੀਤਾ। ਕੋਈ ਪੋਸੀਬਲ ਕਿ ਇਹ ਵੀ ਹੋਵੇ, ਪਰ ਤੁਸੀਂ ਨਜ਼ਰ ਰੱਖੋ ਤੇ ਆਪਣੇ ਨਾਲ ਗੱਲ ਕਰੋ। ਜਿਹੜਾ ਵਿਚਾਰ ਉੱਪਰੋਂ ਆ ਰਿਹਾ ਚੰਗਾ ਲੱਗਦਾ ਉਹਦੇ ਨਾਲ ਖੜੇ ਹੋ, ਡਿਫਰੈਂਟ ਵਿਚਾਰ ਹੈ ਪ੍ਰਗਟ ਕਰਨਾ ਚਾਹੀਦਾ। ਜੇ ਡਿਫਰੈਂਟ ਵਿਚਾਰ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ ਤਾਂ ਕੋਈ ਤੁਹਾਡਾ ਕੁਝ ਚੋਰੀ ਕਰ ਰਿਹਾ ਤੇ ਤੁਹਾਨੂੰ ਉਸੇ ਤਰੀਕੇ ਨਾਲ ਐਕਟ ਕਰਨਾ ਚਾਹੀਦਾ ਜਿਹਦਾ ਕੁਝ ਚੋਰੀ ਹੋ ਗਿਆ ਹੋਵੇ। ਅੱਜ ਲਈ ਇੰਨਾ ਹੀ, ਧੰਨਵਾਦ। ਤੇਰਾ ਬਰਾਕ।